पुरानी गल सुनाते होंगे मरासी कहते किते विआह ते गया तो 2-3 दिन मुड़िया ना उन्होंने कोई सुनेहा दे के भेजा सीगा। फिर 2 दिन बाद लेट नेड़े जुत्तियां हत्थ च फड़ियां भज्जिया आवे तो उन्होंने कहते भी हुण जुत्तियां तू हत्थ च किस लिए फड़ियां, कहना मैं लेट हो गया सी। सो हुण इन्हां दा वो हाल है, जुत्तियां हत्थ च फड़ियां भज्जण दी कोशिश कर रहे हैगे हैं लेट। कुछ दिनों का मेरा नाम भी खड़का रहे सी कि मैं चेहरा मैनू भी सोच रहे बनाने का, तो ओबराय साहब का जब उन्होंने कोई नाम मिले फिर ओबराय साहब का ला देंगे नाम। तो मैनू ये लगता है क्योंकि इन्होंने वादा किया केजरीवाल साहब ने कि 15-16 अगस्त के बाद असीं एक सिख चेहरा, इस करके इन्होंने जोड़े काडर ने उन्होंने टिकाण लई ये हरेक हफ्ते कोई नवा एक चेहरा उड़ा देंगे, भावें उहदे नाल गल हुई होवे चाहे ना हुई। फिर तो मान साहब सुनना चाहता है कि बहुत गुस्से ने, फिर उन्होंने चेहरा क्यों नहीं बनता कोई, या इन्हों पुछना नहीं आता या ये पुछना चाहते नहीं। सो केजरीवाल साहब कोई बेवकूफ तो है नहीं, वो कि समझते होने इस गल, या कोई लॉटरी के टिकट वांगू कोई घुमाउण लगे होण ड्रम वो बार बार करके ना कढ़ रहे, कोई चंगा जाना ना लिखिया अगे। गल उदों डिस्कस हुई है बीजेपी नाल उपरले स्तर तक कि कैप्टन साहब जे छड़ के आन तो फिर की होगा। तो उन्होंने उदों अंदाज़ा ये लगाया बीजेपी ने कि ये सौदेबाजी कर रहे अपने पार्टी की। तुसीं सिद्धू साहब नूं अद्धा अंदर वाड़ता पार्टी दे और वो बंदा सारा टाइम ही उन्होंने बहु 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 करी जाए दूसरे बंदे ने। तुसीं किवें देखदे हो डिसीजन जिहड़ा किसानां ने लिया? तो उन्होंने ये क्यों किया दिसंबर तक ना करो, या तो कहते इलैक्शन तक ही ना करो। दूजिया अंतर सिर्फ इन्ना ही ना, रेस कद शुरू करनी है। एक तो कहते इसका भाई भज ले, दूजे कहते हले रुके रहो ठहर के भजांगे, लेकिन आ नहीं सकते जब तक सानू सरकार कोई फैसला नहीं करती। पिंड वालियां नूं आके की कहांगे, असीं अपना ही बनाउणा है तो किसी होर नूं करन ना देई। श्रोमणी अकाली दल ਵੱਲੋਂ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਦਿੱਲੀ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਕਿਸਾਨਾਂ ਦੇ ਹੱਕ ਵਿੱਚ। ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਭਗਵੰਤ ਮਾਨ ਉਸ ਕੇ ਘਰੇ ਬੈਠੇ ਨੇ। ਕਾਂਗਰਸ ਦੇ ਵਿਧਾਇਕਾਂ ਵਜ਼ੀਰਾਂ ਨੂੰ ਇਹਨੇ ਪਤਾ ਲੱਗ ਰਿਹਾ ਵੀ ਕਾਂਗਰਸ ਪਾਰਟੀ ਚੱਲ ਕੀ ਰਿਹਾ ਹੈ, ਘੁੰਮਣ ਘੇਰੀਆਂ 'ਚ ਫਸੇ ਹੋਏ ਨੇ। ਸਾਰੇ ਪੋਲੀਟੀਕਲ ਸਿਨਾਰੀਓ ਦੇ ਪੰਜਾਬ ਦੇ ਉੱਤੇ ਗੱਲਬਾਤ ਕਰਾਂਗੇ। ਸਰਦਾਰ ਕੇਸੀ ਸਿੰਘ ਨਾਲ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੇਸੀ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਕਿਸੇ ਕਿਵੇਂ ਦੇਖਦੇ ਹੋ ਅੱਜ ਅਕਾਲੀ ਦਲ ਵੱਲੋਂ ਮਾਰਚ ਕੀਤਾ ਗਿਆ, ਰੋਸ ਮਾਰਚ ਦਿੱਲੀ ਜਾ ਕੇ ਬਲੈਕ ਡੇ ਬਣਾਇਆ ਜਾ ਰਿਹਾ ਹੈਗਾ, ਸਾਰੇ ਸਿਨਾਰੀਓ ਨੂੰ ਕਿਵੇਂ ਦੇਖਦੇ ਹੋ? ਇਹ ਇਹਨਾਂ ਨੇ ਜਾਣ ਕੇ ਮੋਦੀ ਜੀ ਦੇ ਜਨਮ ਦਿਨ 'ਤੇ ਕੀਤਾ ਹੈ ਕਿ ਵੈਸੇ ਹੀ ਹੋ ਗਿਆ, ਇਹ ਤਾਂ ਮੈਨੂੰ ਪਤਾ ਨਹੀਂ। ਪਰ ਇਹ ਦਿੱਲੀ ਵਾਲੇ ਜ਼ਰੂਰ ਇਸ ਗੱਲ ਦੀ ਨੋਟਿਸ ਕਰਨਗੇ ਕਿ ਉਹ ਜਨਮ ਦਿਨ ਮਨਾ ਰਹੇ ਆ ਪ੍ਰਾਈਮ ਮਿਨਿਸਟਰ ਦਾ ਅਤੇ ਇਹ ਮਾਰਚ ਕਰ ਰਹੇ। ਚਲੋ ਇਹਨਾਂ ਦਾ ਹੱਕ ਬਣਦਾ। ਹੁਣ ਇਹ ਰਸਤੇ ਬੜੇ ਗਏ ਹਿਸਾਰ ਤੋਂ ਹੁੰਦੇ ਹੋਏ, ਸੋ ਇੱਥੋਂ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਹੋਇਆ ਕਿਸਾਨਾਂ ਦਾ, ਦਿੱਲੀ ਜਾ ਕੇ ਇਹ ਪ੍ਰਦਰਸ਼ਨ ਕਰ ਰਿਹਾ। ਸੋ ਇਹ ਜਿਹੜੀ ਰਾਜ ਵੀ ਪ੍ਰਦਰਸ਼ਨ ਹੋਇਆ, ਹਿਸਾਰ 'ਚ ਵੀ ਵਿਰੋਧ ਹੋਇਆ, ਜੋ ਜਾ ਰਹੇ ਸੀ ਉੱਥੇ ਵਿਰੋਧ ਹੋਇਆ। ਸੋ ਦਿਲਚਸਪੀ ਦੀ ਗੱਲ ਇਹ ਹੈ ਕਿ ਤੁਸੀਂ ਪ੍ਰਦਰਸ਼ਨ ਕਰਨ ਜਾ ਰਹੇ ਹੋ ਕਿਸਾਨਾਂ ਦੇ ਹੱਕ 'ਚ ਔਰ ਕਿਸਾਨ ਤੁਹਾਡੇ ਖਿਲਾਫ ਪ੍ਰਦਰਸ਼ਨ ਕਰ ਰਹੇ ਰਸਤੇ 'ਚ। ਸੋ ਆਈ ਥਿੰਕ ਉਹ ਕਹਾਣੀ ਆਪਣੇ ਆਪ ਅਲੱਗ ਕਹਾਣੀ ਬਣ ਜਾਂਦੀ ਹੈ। ਸੋ ਇਸ ਕਰਕੇ ਹੁਣ ਇਹ ਉਹ ਇੱਕ ਪੁਰਾਣੀ ਗੱਲ ਸੁਣਾਉਂਦੇ ਹੁੰਦੇ ਮਰਾਸੀ ਕਹਿੰਦੇ ਕਿਤੇ ਵਿਆਹ 'ਤੇ ਗਿਆ ਅਤੇ 2-3 ਦਿਨ ਮੁੜਿਆ ਨਾ ਉਹਨੂੰ ਕੋਈ ਸੁਨੇਹਾ ਦੇ ਕੇ ਭੇਜਿਆ ਸੀਗਾ। ਫਿਰ 2 ਦਿਨ ਬਾਅਦ ਲੇਟ ਨੇੜੇ ਜੁੱਤੀਆਂ ਹੱਥ 'ਚ ਫੜੀਆਂ ਭੱਜਿਆ ਆਵੇ ਅਤੇ ਉਹਨੂੰ ਕਹਿੰਦੇ ਵੀ ਹੁਣ ਜੁੱਤੀਆਂ ਤੂੰ ਹੱਥ 'ਚ ਕਿਸ ਲਈ ਫੜੀਆਂ, ਕਹਿੰਦਾ ਮੈਂ ਲੇਟ ਹੋ ਗਿਆ ਸੀ। ਸੋ ਹੁਣ ਇਹਨਾਂ ਦਾ ਉਹ ਹਾਲ ਹੈ, ਜੁੱਤੀਆਂ ਹੱਥ 'ਚ ਫੜੀਆਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹੈਗੇ ਐ ਲੇਟ। ਚਲੋ ਹਰੇਕ ਪਾਰਟੀ ਦਾ ਆਪਣਾ ਹੱਕ ਹੁੰਦਾ, ਉਹ ਕੋਸ਼ਿਸ਼ ਕਰਦੇ ਹੈ ਕਿ 10 ਕੁ ਘੰਟੇ ਜੇ ਥਾਣੇ 'ਚ ਬੈਠ ਕੇ ਲੋਕ ਇਹ ਮੰਨ ਲੈਣਗੇ ਕਿ ਉਹਨਾਂ ਦਾ ਬੜਾ ਦਾਨ ਪ੍ਰਦਾਨ ਹੈ, ਜਦ ਕਿ ਅਕਾਲੀ ਪਾਰਟੀ ਦਾ ਬੜਾ ਦਾਨ ਪ੍ਰਦਾਨ ਹੈ। ਲੇਕਿਨ ਬਾਦਲ ਫੈਮਿਲੀ ਦਾ ਜਿਹੜੀ ਅਗਲੀ ਜਨਰੇਸ਼ਨ ਬਾਦਲ ਫੈਮਿਲੀ ਦੀ, ਉਹਨਾਂ ਦਾ ਹੈ ਕਿ ਨਹੀਂ, ਇਹ ਲੋਕ ਤੈਅ ਕਰਨਗੇ। ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਉਹਨਾਂ ਜਿਹੜੇ ਸਭ ਤੋਂ ਨਾਮੀ ਲੀਡਰ ਕਹਿ ਲਓ ਪੰਜਾਬ 'ਚ, ਅਪਾਰਟ ਫਰੋਮ ਜਿਹੜਾ ਹਾਈ ਕਮਾਂਡ ਹੈ ਉਹਨਾਂ ਦੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਨੇ, ਉਹ ਵੀ ਕਿਤੇ ਨਾ ਕਿਤੇ ਰਸੋਏ ਜਾਪਦੇ ਆ ਵੀ ਉਹਨਾਂ ਨੂੰ ਅਨਾਊਂਸ ਨਹੀਂ ਕੀਤਾ ਜਾ ਰਿਹਾ CM ਫੇਸ। ਤੁਸੀਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ? ਦੇਖੋ, ਇਹ ਕੁਛ ਦਿਨਾਂ ਦਾ ਮੇਰਾ ਨਾਮ ਵੀ ਖੜਕਾ ਰਹੇ ਸੀ ਕਿ ਮੈਂ ਚਿਹਰਾ ਮੈਨੂੰ ਵੀ ਉਹ ਸੋਚ ਰਹੇ ਬਣਾਉਣ ਦਾ। ਅੱਜ ਪ੍ਰਿੰਟ ਮੈਗਜ਼ੀਨ ਨੇ ਛਾਪ ਹੀ ਦਿੱਤੀ ਇੱਕ ਖਬਰ, ਉਹਦੇ 'ਚ ਮੇਰਾ ਨਾਮ ਲਗਾਤਾ NPS ਔਲਖ। ਅਸੀਂ IPS 'ਚ ਇਕੱਠੇ ਹੁੰਦੇ ਸੀ, ਮੈਂ ਤਾਂ ਫਿਰ ਫੋਰਨ ਸਰਵਿਸ 'ਚ ਆ ਗਿਆ। ਅਤੇ ਓਬਰਾਏ ਸਾਹਿਬ ਦਾ ਜਦ ਉਹਨਾਂ ਨੂੰ ਕੋਈ ਨਾਮ ਮਿਲੇ ਫਿਰ ਓਬਰਾਏ ਸਾਹਿਬ ਦਾ ਲਾ ਦਿੰਦੇ ਨਾਲ। ਹੁਣ ਮੇਰੇ ਨਾਲ ਤਾਂ ਕਿਸੇ ਦੀ ਗੱਲ ਨਹੀਂ ਹੋਈ, ਮੈਂ ਤਾਂ ਲਾਸਟ ਸ਼ਾਇਦ ਕੇਜਰੀਵਾਲ ਸਾਹਿਬ ਨੂੰ 2 ਸਾਲ ਪਹਿਲਾਂ ਮਿਲਿਆ ਹੋਣਾ। ਔਰ ਇਹ ਨਾਂ ਲੱਗੇ ਜਾ ਰਹੇ ਆ, ਆਪ ਦੇ ਅੰਦਰੋਂ ਹੀ ਆ ਰਹੇ ਨੇ ਨਾਂ। ਸੋ ਮੈਂ ਜਿਹੜੇ ਜਦ ਮੇਰੇ ਕੋਲ
ਉਹਨਾਂ ਦੇ ਅਖਬਾਰ ਨਵੀਸ ਦਾ ਟੈਲੀਫੋਨ ਆਇਆ। ਮੈਂ ਕਿਹਾ ਦੇਖੋ ਤੁਸੀਂ ਇਹ ਅੰਦਰੋਂ ਕਿਸ ਲਈ ਨਾਂ ਦਿੱਤੇ ਜਾ ਰਹੇ ਜਦ ਬੰਦਿਆਂ ਨਾਲ ਗੱਲ ਹੀ ਨਹੀਂ ਹੋਈ, ਮੇਰੇ ਨਾਲ ਤਾਂ ਕਿਸੇ ਦੀ ਗੱਲ ਹੀ ਹੈ ਨਹੀਂ। ਤਾਂ ਉਹ ਮੈਨੂੰ ਇਹ ਲੱਗਦਾ ਹੈ ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਕਿ 15-16 ਅਗਸਤ ਦੇ ਬਾਅਦ ਅਸੀਂ ਇੱਕ ਸਿੱਖ ਚਿਹਰਾ ਜਿਹੜਾ ਆਪ ਦਾ ਚੀਫ ਮਿਨਿਸਟਰ ਲਈ ਸਿੱਖ ਚਿਹਰਾ ਹੋਊਗਾ ਅਸੀਂ ਦੇ ਦਾਂਗੇ। ਅੱਜ ਮਹੀਨਾ ਨਿਕਲ ਗਿਆ, ਚਿਹਰਾ ਤਾਂ ਕੋਈ ਹੈ ਨਹੀਂ। ਤਾਂ ਇਸ ਕਰਕੇ ਇਹਨਾਂ ਦੇ ਜਿਹੜੇ ਕਾਡਰ ਨੇ ਉਹਨਾਂ ਨੂੰ ਟਿਕਾਉਣ ਲਈ ਇਹ ਹਰੇਕ ਹਫਤੇ ਕੋਈ ਨਵਾਂ ਇੱਕ ਚਿਹਰਾ ਉਡਾ ਦਿੰਦੇ ਆ, ਭਾਵੇਂ ਉਹਦੇ ਨਾਲ ਗੱਲ ਹੋਈ ਹੋਵੇ ਚਾਹੇ ਨਾ ਹੋਈ ਹੋਵੇ। ਚਲੋ ਉਹਨਾਂ ਦੀ ਮਰਜ਼ੀ, ਲੇਕਿਨ ਮੇਰੇ ਨਾਲ ਨਾ ਕਿਸੇ ਦੀ ਗੱਲ ਹੋਈ ਹੈ, ਨਾ ਮੁਲਾਕਾਤ ਹੋਈ ਹੈ। ਮੈਨੂੰ ਜਾਣਦੇ ਨੇ, ਮੈਂ ਕੇਜਰੀਵਾਲ ਸਾਹਿਬ ਨੂੰ ਜਾਣਦਾ, ਲੇਕਿਨ ਐਵੇਂ ਲੋਕਾਂ ਦੇ ਉਡਾਈ ਜਾਓ ਇਹਦਾ ਕੋਈ ਮਤਲਬ ਨਹੀਂ ਬਣਦਾ। ਦੂਜਾ ਇਹ ਹੈਗਾ ਕਿ ਉਹ ਲਗਾਉਣਾ ਵੀ ਚਾਹੁੰਦੇ ਆ ਕਿਸੇ ਨੂੰ, ਕਿਉਂਕਿ ਭਗਵੰਤ ਮਾਨ ਨੂੰ ਨਹੀਂ ਲਗਾਉਣਾ ਚਾਹੁੰਦੇ, ਇਹ ਤਾਂ ਜ਼ਾਹਰ ਹੋ ਗਿਆ। ਇਹ ਹੋ ਸਕਦਾ ਕਿ ਭਗਵੰਤ ਮਾਨ ਹੋਣਾ ਨੂੰ ਇਹਨਾਂ ਨੇ ਕਿਹਾ ਹੋਣਾ ਦੇਖੋ ਅਸੀਂ ਕਿਸੇ ਨੂੰ ਵੀ ਨਹੀਂ ਲਗਾਉਣਾ, ਅਤੇ ਗੁੱਸੇ ਦੀ ਕੋਈ ਗੱਲ ਨਹੀਂ, ਤੁਸੀਂ ਟਿਕੇ ਰਹੋ, ਬਾਅਦ 'ਚ ਤੈਅ ਕਰਾਂਗੇ। ਕੀ ਇਹਨਾਂ ਨੇ ਭਗਵੰਤ ਮਾਨ ਸਾਹਿਬ ਨੂੰ ਇਹ ਕਿਹਾ ਕਿ ਜ਼ਰੂਰ ਕਿਸੇ ਨੂੰ ਲਗਾਵਾਂਗੇ? ਜੇ ਇਹ ਕਿਹਾ ਫਿਰ ਤਾਂ ਮਾਨ ਸਾਹਿਬ ਸੁਣਨ ਚਾਹੁੰਦਾ ਕਿ ਬਹੁਤ ਗੁੱਸੇ ਨੇ, ਅਤੇ ਸਵਾਲ ਇਹ ਪੈਦਾ ਹੁੰਦਾ ਰਹਿਣਗੇ ਆਪ ਦੇ ਅੰਦਰ, ਨਹੀਂ ਰਹਿਣਗੇ, ਬਾਹਰ ਨਿਕਲਣਗੇ ਤਾਂ ਕਿੱਧਰ ਜਾਣਗੇ। ਸੋ ਇਸ ਕਰਕੇ ਕਿਸੇ ਵੀ ਇੱਕ ਚੀਜ਼ ਨਾਲ ਜਿਹੜਾ ਇਸ ਵੇਲੇ ਵਾਤਾਵਰਨ ਪੋਲੀਟਿਕਸ 'ਚ ਬਣਿਆ ਹੋਇਆ ਉਹਦੇ 'ਚ ਬੜੀ ਤਬਦੀਲੀ ਆ ਸਕਦੀ ਹੈ। ਕੀ ਲੱਗਦਾ ਵੀ ਅਰਵਿੰਦ ਕੇਜਰੀਵਾਲ ਆਪ ਚਿਹਰਾ ਵੀ ਬਣਨਾ ਚਾਹੁੰਦੇ ਆ ਪੰਜਾਬ 'ਚ ਸੀਐਮ ਦਾ? ਇਹ ਵੀ ਗੱਲ ਕਿਤੇ ਨਾ ਕਿਤੇ ਚਰਚਾ ਚੱਲਦੀ ਰਹਿੰਦੀ ਹੈ। ਦੇਖੋ ਅੰਦਾਜ਼ਾ ਤਾਂ ਇਹੀ ਲਗਾ ਸਕਦੇ ਆ, ਜੇ ਤੁਸੀਂ ਕੋਈ ਚਿਹਰਾ, ਇਹ ਤਾਂ ਨਹੀਂ ਹੋ ਸਕਦਾ ਉਹਨਾਂ ਨੂੰ ਚਿਹਰਾ ਮਿਲੇ ਨਾ। ਤੁਸੀਂ ਚਿਹਰੇ ਲੱਭਣ ਜਾਂਦੇ ਹੋ ਜਾਂ ਉਹਨਾਂ ਨਾਲ ਗੱਲ ਐਸੀ ਕਰਦੇ ਹੋ ਕਿ ਉਹ ਚਿਹਰੇ ਨਾ ਤਿਆਰ ਹੋਣ ਤੁਹਾਡੇ। ਜੇ ਇਹ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੀ ਇਸ ਵੇਲੇ ਕਾਫੀ ਅੱਗੇ ਨੇ ਉਹ ਇਸ ਰੇਸ ਦੇ ਵਿੱਚ, ਇਲੈਕਸ਼ਨ ਦੀ ਰੇਸ 'ਚ, ਫਿਰ ਉਹਨਾਂ ਦਾ ਚਿਹਰਾ ਕਿਉਂ ਨਹੀਂ ਬਣਦਾ ਕੋਈ? ਜਾਂ ਇਹਨਾਂ ਨੂੰ ਪੁੱਛਣਾ ਨਹੀਂ ਆਉਂਦਾ ਜਾਂ ਇਹ ਪੁੱਛਣਾ ਚਾਹੁੰਦੇ ਨਹੀਂ। ਇਹ ਤਾਂ ਹੁਣ ਇਹਦਾ ਜਵਾਬ ਤਾਂ ਇਹ ਦੇਣ ਜਿਹੜਾ ਉਹਨਾਂ ਕੋਲ ਵਿਚਾਰਾ ਬੈਠਾ ਭਗਵੰਤ ਮਾਨ, ਕਰਾਊਡ ਉਹ ਇਕੱਠੇ ਕਰੇ, ਲੋਕ ਤਾਂ ਕਰੇ ਉਹ ਇਕੱਠੇ, ਔਰ ਚਿਹਰੇ ਆਉਣ ਕੋਈ ਹੋਰ। ਸੋ ਇਸ ਕਰਕੇ ਜਾਂ ਇਹ ਹੈ ਕਿ ਚਿਹਰੇ ਇਸ ਲਈ ਨਹੀਂ ਆਉਣਾ ਚਾਹੁੰਦੇ, ਜਿਹੜਾ ਮੇਰੇ ਸੁਣਨ 'ਚ ਆਇਆ ਕਿ ਹਰੇਕ ਬੰਦਾ ਇਹ ਸਮਝਦਾ ਹੈ ਕਿ ਦੇਖੋ ਕਾਡਰ ਤਾਂ ਇਹਨਾਂ ਦੇ ਹੈ, ਇਹਨਾਂ ਨੇ ਕਿਸ ਤਰੀਕੇ ਨਾਲ ਟਿਕਟਾਂ ਵੰਡਣੀਆਂ ਤੁਹਾਨੂੰ ਪੁੱਛ ਕੇ ਨਹੀਂ ਵੰਡਣੀਆਂ। ਜਾਂ ਤਾਂ ਜਿਹੜਾ ਬੰਦਾ ਆਏਗਾ, ਜੇ ਤੁਸੀਂ ਕਿਸੇ ਬੰਦੇ ਨੂੰ ਸੀਐਮ ਚਿਹਰਾ ਪ੍ਰੋਜੈਕਟ ਕਰਦੇ ਹੋ ਤਾਂ ਉਹਦੇ ਕੋਲ ਕੁਝ ਇਖਤਿਆਰ ਹੋਣੇ ਚਾਹੀਦੇ ਹੈ ਕਿ ਉਹ ਆਪਣੇ ਬੰਦਿਆਂ ਨੂੰ ਟਿਕਟ ਦੇ ਸਕੇ। ਉਹ ਤਾਂ ਕੰਟਰੋਲ ਹੋਊਗਾ ਦਿੱਲੀੋਂ ਕਾਡਰ। ਸੋ ਇਸ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਕੋਈ ਅੰਤਰ ਨਹੀਂ, ਦੋਨਾਂ ਦਾ ਰਿਮੋਟ ਕੰਟਰੋਲ ਦਿੱਲੀ 'ਚ ਹੈ। ਔਰ ਇਸ ਕਰਕੇ ਇਹਨਾਂ ਲਈ ਜਦ ਤੁਸੀਂ ਵੋਟ ਪਾਓਗੇ ਸੋਚ ਕੇ ਪਾਉਣਾ ਚਾਹੀਦਾ ਹੈ ਕਿ ਇਹ ਪੰਜਾਬ 'ਚ ਖੇਤਰੀ ਪਾਰਟੀ ਨਹੀਂ ਹੈ, ਇਹ ਇੱਕ ਹਰਿਆਣੇ ਦਾ ਬਸ਼ਿੰਦਾ ਜਿਹੜਾ ਦਿੱਲੀ ਦਾ ਚੀਫ ਮਿਨਿਸਟਰ ਬਣ ਗਿਆ, ਜਿਹੜਾ ਪਾਰਟੀ ਨੂੰ ਚਲਾ ਰਿਹਾ ਹੈ। ਔਰ ਦਿੱਲੀ ਦੇ ਅਤੇ ਹਰਿਆਣੇ ਦੇ ਦੋਨਾਂ ਦੇ ਜਿਹੜੇ ਜਦ ਪਾਣੀ ਦਾ ਮੁੱਦਾ ਆਏਗਾ, ਦੋਨਾਂ ਦੇ ਨਾਲ ਤੁਹਾਡੇ ਜਿਹੜੇ ਇੰਟਰਸਟ ਨੇ ਉਹ ਇੱਕ ਦੂਜੇ ਨਾਲ ਤਾਲਮੇਲ ਨਹੀਂ ਰਹਿੰਦਾ। ਤਾਂ ਇਸ ਕਰਕੇ ਜੇ ਉੱਥੋਂ ਦਾ ਬੰਦਾ ਆ ਕੇ ਸਿੱਧੇ ਰਾਹੀਂ ਜਾਂ ਉਲਟੇ ਰਾਹੀਂ, ਦੋ ਤਰੀਕੇ ਹੋ ਸਕਦੇ ਆ, ਜਾਂ ਤਾਂ ਆਪ ਹੀ ਆ ਜਾਣ। ਉਹ ਉਹਨਾਂ ਨੇ ਦੇਖਿਆ ਪਿਛਲੀ ਵਾਰ ਜਦ ਇਹ ਚਰਚਾ ਹੋ ਗਈ, ਜਦ ਇਹਨਾਂ ਨੇ ਪੋਸਟਰ ਐਸੇ ਲਗਾਤੇ 5 ਸਾਲ ਪਹਿਲਾਂ ਜੀ, ਤਾਂ ਇਹ ਲੱਗਦਾ ਸੀਗਾ ਕਿ ਇਹ ਸ਼ਾਇਦ ਆਪ ਆਉਣਾ ਚਾਹੁੰਦੇ ਆ, ਉਹਦਾ ਇਹਨਾਂ ਨੂੰ ਨੁਕਸਾਨ ਹੋਇਆ ਕਿਉਂਕਿ ਉਦੋਂ ਆਪ ਅੱਗੇ ਸੀਗੀ, ਸਭ ਕਹਿੰਦੇ ਸੀ ਆਪ ਨੇ ਜਿੱਤ ਜਾਣਾ। ਲੇਕਿਨ ਜਦ ਇਹਨਾਂ ਦੀਆਂ 20 ਦੇ ਆਸ-ਪਾਸ ਸੀਟਾਂ ਆਈਆਂ, ਇਹਦਾ ਮਤਲਬ ਇਹਨਾਂ ਨੇ ਆਪਣਾ ਨੁਕਸਾਨ ਕਰਵਾਇਆ ਉਦੋਂ। ਸੋ ਕੇਜਰੀਵਾਲ ਸਾਹਿਬ ਕੋਈ ਬੇਵਕੂਫ ਤਾਂ ਹੈ ਨਹੀਂ, ਉਹ ਵੀ ਸਮਝਦੇ ਹੋਣੇ ਇਸ ਗੱਲ ਨੂੰ। ਫਿਰ ਇਹਦਾ ਮਤਲਬ ਹੈ ਤੁਸੀਂ ਕਿਸੇ ਪਰਦੇ ਦੇ ਪਿੱਛੋਂ ਆਉਣਾ ਚਾਹੁੰਦੇ ਹੋ, ਅੱਗੇ ਪਰਦਾ ਚਾਹੁੰਦੇ ਹੋ, ਉਹ ਪਰਦੇ ਨੂੰ ਇਸਤੇਮਾਲ ਕਰਕੇ ਤੁਸੀਂ ਜੇ ਪਾਵਰ ਤੁਹਾਨੂੰ ਮਿਲ ਜੇ, ਫਿਰ ਉਹਦੇ ਬਾਅਦ ਪਰਦਾ ਇੱਕ ਪਾਸੇ ਕਰ ਦਿਓ ਅਤੇ ਤੁਸੀਂ ਅੱਗੇ ਆ ਜਾਓ। ਕਿਉਂਕਿ ਇਹਨੇ ਮੇਰੀ ਸਮਝ ਨਹੀਂ ਆਉਂਦਾ ਕਿ ਇਹਨਾਂ ਨੂੰ ਕਿਉਂ ਨਹੀਂ ਮਿਲ ਸਕਦਾ ਚੰਗਾ ਬੰਦਾ ਕੋਈ। ਤਾਂ ਹੀ ਬਾਰੀ-ਬਾਰੀ, ਜਿਵੇਂ ਤੁਸੀਂ ਕਿਹਾ ਤੁਹਾਡਾ ਨਾਮ ਆ ਰਿਹਾ, NPS ਔਲਖ ਦਾ ਆ ਰਿਹਾ ਜਾਂ ਓਬਰਾਏ ਸਾਹਿਬ ਦਾ ਆ ਰਿਹਾ, ਬਾਰੀ-ਬਾਰੀ ਤਾਂ ਹੀ ਨਾਂ ਫਲੋਟ ਕੀਤੇ ਜਾ ਰਹੇ। ਐਂਡ ਆਫ ਦਾ ਡੇ ਹੀ ਵਾਂਟਸ ਟੂ ਬੀ ਦਾ ਸੀਐਮ। ਅੰਦਾਜ਼ਾ ਇਹੀ ਲਗਾਇਆ ਜਾ ਸਕਦਾ। ਹੋ ਸਕਦਾ ਕੋਈ ਚੰਗਾ ਨਾਂ ਲੱਭ ਲਿਆ ਹੁਣ, ਇਹ ਜਿਹੜਾ ਹਾਲੇ ਤਾਂ ਇੰਨਾ ਨਹੀਂ ਲੱਭਦਾ, ਜਾਂ ਕੋਈ ਲੋਟਰੀ ਦੇ ਟਿਕਟ ਵਾਂਗੂ ਕੋਈ ਘੁਮਾਉਣ ਲੱਗੇ ਹੋਣ ਡਰਮ, ਉਹਦੇ 'ਚੋਂ ਬਾਰ-ਬਾਰ ਕਰਕੇ ਨਾਂ ਕੱਢ ਰਹੇ, ਕੋਈ ਚੰਗਾ ਜਾਂ ਨਾਂ ਨਿਕਲਿਆ ਆਵੇ ਅਤੇ ਇਹ ਤਾਂ ਪਤਾ ਲੱਗੇਗਾ ਕੀ ਕਰਦੇ ਨੇ। ਲੇਕਿਨ 1 ਮਹੀਨਾ ਕਿਉਂਕਿ ਲੇਟ ਹੋ ਚੁੱਕਿਆ ਹੈ, ਔਰ ਤੁਸੀਂ ਇਹੋ ਜਿਹੇ ਬੰਦਿਆਂ ਦਾ ਨਾਂ ਲਈ ਜਾਂਦੇ ਜਿਹਨਾਂ ਨਾਲ ਤੁਹਾਡੀ ਗੱਲ ਵੀ ਨਹੀਂ ਹੋਈ, ਜਿਹੜੇ ਤੁਹਾਨੂੰ ਜਾਣਦੇ ਨੇ ਔਰ ਤੁਹਾਨੂੰ ਪਤਾ ਕਿ ਨਾ ਤੁਸੀਂ ਉਹਨਾਂ ਨੂੰ ਬਣਾਓਗੇ ਨਾ ਉਹ ਬਣਨਾ ਚਾਹਣਗੇ, ਉਹਨਾਂ ਦਾ ਨਾਂ ਤੁਸੀਂ ਕਿਸ ਲਈ ਲਓ। ਤਾਂ ਇਹਦਾ ਫਿਰ ਅੰਦਾਜ਼ਾ ਇਹੀ ਹੈ ਕਿ ਐਵੇਂ ਤੁਸੀਂ ਡਰਾਮੇਬਾਜ਼ੀ ਕਰ ਰਹੇ ਹੋ। ਦੂਜੇ ਪਾਸੇ ਭਗਵੰਤ ਮਾਨ ਆਪਦੇ ਸਪੋਰਟਰਾਂ ਨੂੰ ਭੇਜ ਦਿੰਦੇ ਆ, ਕਦੇ ਚੰਡੀਗੜ੍ਹ ਵਾਲੇ ਪਾਸੇ ਕਿਹਾ ਜਾਂਦਾ ਵੀ ਉਹਨਾਂ ਵੱਲੋਂ, ਜਾਂ ਉਹਨਾਂ ਸਪੋਰਟਰ ਆਪਣੇ ਆਪ ਜਾ ਰਹੇ ਆ, ਉਹ ਬੜੇ ਰੁੱਸੇ ਹੋਏ ਲੱਗਦੇ ਆ ਵੀ ਕੈਂਪੇਨ ਵੀ ਨਹੀਂ ਕਰ ਰਹੇ, ਬਹੁਤਾ ਆ ਜਾ ਵੀ ਨਹੀਂ ਰਹੇ, ਕੋਈ ਬਿਆਨਬਾਜ਼ੀ ਵੀ ਨਹੀਂ ਕਰ ਰਹੇ ਹੈਗੇ, ਸਾਇਲੈਂਟ ਹੋ ਗਏ ਇੱਕ ਤਰ੍ਹਾਂ ਤੋਂ। ਤਾਂ ਉਹਨਾਂ ਰੋਲ ਕਿਵੇਂ ਦੇਖ ਰਹੇ ਹੋ? ਤੁਹਾਨੂੰ ਕੀ ਲੱਗਦਾ ਉਹ ਬਣ ਸਕਦੇ ਸੀਐਮ ਫੇਸ ਪੰਜਾਬ ਦੇ ਆਮ ਆਦਮੀ ਪਾਰਟੀ ਦੇ? ਦੇਖੋ ਜੇ ਦੇਖਿਆ ਜਾਏ ਤਾਂ ਉਹਨਾਂ ਦਾ ਜੋ ਦਾਨ ਪ੍ਰਦਾਨ ਹੈਗਾ ਪਾਰਟੀ ਦੇ ਅੰਦਰ, ਹੁਣ ਪ੍ਰੈਜ਼ੀਡੈਂਟ ਵੀ ਹੈਗੇ,
ਜੇ ਕਿਸੇ ਪਾਰਟੀ ਦੇ ਕੈਪਟਨ ਸਾਹਿਬ ਪ੍ਰੈਜ਼ੀਡੈਂਟ ਸੀਗੇ ਪਹਿਲਾਂ, ਉਹਦੇ ਬਾਅਦ ਜਦ ਇਹਨਾਂ ਨੂੰ ਚਿਹਰਾ ਨਹੀਂ ਬਣਾਉਂਦੇ ਸੀ, ਇਹਨਾਂ ਨੇ ਫਿਰ ਜਦ ਆਪਣਾ ਰੋਸ਼ ਪ੍ਰਗਟ ਕੀਤਾ ਤੇ ਬਣਾਇਆ ਫਿਰ। ਤੇ ਤੁਸੀਂ ਕਿਉਂਕਿ ਜੇ ਪ੍ਰੈਜ਼ੀਡੈਂਟ ਬਣੇ ਹੋਏ ਆ ਮਤਲਬ ਕਾਡਰਸ ਨਾਲ ਜੁੜੇ ਹੋਏ ਹੋ, ਔਰ ਜਿਹੜੇ ਬੰਦਿਆਂ ਨੂੰ ਟਿਕਟਾਂ ਮਿਲਣੀਆਂ ਉਦੋਂ ਕਾਫੀ ਜਗ੍ਹਾ ਇਕੱਲੇ ਮਾਲਵੇ ਦੇ ਅੰਦਰ ਨਹੀਂ, ਇਹ ਦੁਆਬੇ ਔਰ ਮਾਝੇ ਅੰਦਰ ਪਾਰਟੀ ਫੈਲ ਰਹੀ ਹੈ। ਤਾਂ ਜਿਹੜੇ ਨਵੀਂ ਲੀਡਰਸ਼ਿਪ ਉੱਭਰ ਕੇ ਆਏਗੀ ਉਹਦੇ ਨਾਲ ਜੁੜੇ ਹੋਣੇ ਆ ਭਗਵੰਤ ਮਾਨ, ਜੋ ਮੈਨੂੰ ਅੰਦਾਜ਼ਾ ਲੱਗਦਾ ਹੈ। ਤਾਂ ਇਸ ਕਰਕੇ ਜੇ ਉਸ ਬੰਦੇ ਨੂੰ ਤੁਸੀਂ ਨਹੀਂ ਬਣਾਉਣਾ ਚਾਹੁੰਦੇ, ਫਿਰ ਉਸ ਬੰਦੇ ਨੂੰ ਪ੍ਰੈਜ਼ੀਡੈਂਟ ਕਿਉਂ ਬਣਾਇਆ ਪਾਰਟੀ ਦਾ? ਜੇ ਉਹ ਬੰਦਾ ਚੀਫ ਮਿਨਿਸਟਰ ਬਣਨ ਦੇ ਕਾਬਿਲ ਨਹੀਂ ਹੈ, ਤੁਸੀਂ ਕਹਿੰਦੇ ਉਹਦੇ 'ਚ ਕੁਝ ਖਾਮੀਆਂ ਹੈ, ਉਹ ਖਾਮੀਆਂ ਪ੍ਰੈਜ਼ੀਡੈਂਟ ਬਣਨ ਦੇ, ਮੈਂ ਤਾਂ ਸਮਝਦਾ ਪ੍ਰੈਜ਼ੀਡੈਂਟ ਦਾ ਅਹੁਦਾ ਵੱਡਾ ਹੋਣਾ ਚਾਹੀਦਾ ਚੀਫ ਮਿਨਿਸਟਰ ਨਾਲੋਂ, ਕਿਉਂਕਿ ਉਹਨੇ ਪਾਰਟੀ ਖੜੀ ਕਰਨੀ ਹੈ। ਚੀਫ ਮਿਨਿਸਟਰ ਨੇ ਸਰਕਾਰ ਚਲਾਉਣੀ ਹੈ, ਲੇਕਿਨ ਪਾਰਟੀ ਨੂੰ ਖੜੇ ਕਰਕੇ ਜਿਤਾਉਣ ਦਾ ਜਿਹੜਾ ਕੰਮ ਹੁੰਦਾ ਹੈ ਉਹ ਮੈਂ ਸਮਝਦਾ ਜ਼ਿਆਦਾ ਮਹੱਤਵਪੂਰਨ ਹੈ। ਸੋ ਇਸ ਕਰਕੇ ਉਹਦੇ ਲਈ ਜੇ ਉਹ ਕਾਬਿਲ ਨੇ, ਫਿਰ ਚੀਫ ਮਿਨਿਸਟਰ ਕਿਉਂ ਨਹੀਂ ਕਾਬਿਲ? ਜਾਂ ਤਾਂ ਫਿਰ ਪ੍ਰੈਜ਼ੀਡੈਂਟ ਤੋਂ ਵੀ ਕੱਢੋ, ਨਹੀਂ ਤਾਂ ਫਿਰ ਇਹ ਹੈ ਕਿ ਤੁਸੀਂ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ, ਲੇਕਿਨ ਤੁਹਾਡੀ ਖੇਡ ਕੁਛ ਹੋਰ ਹੈ। ਗੱਲ ਕੀਤੀ ਪਾਰਟੀ ਦੇ ਪ੍ਰਧਾਨ ਦੀ, ਨਵਾਂ ਪਾਰਟੀ ਪ੍ਰਧਾਨ ਕਾਂਗਰਸ ਨੇ ਵੀ ਲਾਇਆ ਨਵਜੋਤ ਸਿੰਘ ਸਿੱਧੂ, ਉਧਰ ਵੀ ਡਿਵਾਈਡਡ ਹਾਊਸ ਚੱਲ ਰਿਹਾ ਹੈਗਾ। ਤੇ ਘੁੰਮਣ ਘੇਰੀਆਂ 'ਚ ਕੱਲ੍ਹ ਕਿਹਾ ਜਾ ਰਿਹਾ ਸੀ, ਪਰਸੋਂ ਲੈਟਰ ਰਿਲੀਜ਼ ਹੋਈ ਹੈ, ਮੀਡੀਆ 'ਚ ਕਾਫੀ ਚਰਚਾ ਹੋਈ ਵੀ 40 MA ਨੇ ਲਿਖ ਕੇ ਭੇਜਿਆ ਵੀ ਕਾਂਗਰਸ ਲੈਜਿਸਲੇਟਿਵ ਉਹ ਬਣਾਏ CLP ਬਣਾਈ ਜਾਵੇ। ਕਾਂਗਰਸ ਦੀ ਸਥਿਤੀ ਨੂੰ ਕਿਵੇਂ ਦੇਖ ਰਹੇ ਹੋ? ਕੁਝ ਕਲੀਅਰ ਹੀ ਨਹੀਂ ਹੋ ਪਾ ਰਿਹਾ। MLA ਵਜ਼ੀਰਾਂ ਨਾਲ ਗੱਲ ਹੁੰਦੀ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ। ਦੇਖੋ, ਇਹ ਜਦ ਪ੍ਰਧਾਨ ਬਣਾਏ ਸੀ ਮੇਰੇ ਖਿਆਲ ਅੰਦਾਜ਼ਾ ਉਹਨਾਂ ਦਾ ਇਹ ਸੀਗਾ ਕਿ ਇਹ ਟਿਕ ਜਾਣਗੇ। ਇਹਨਾਂ ਨੂੰ ਇਹ ਸੀਗਾ ਕਿ ਜਿਹੜੇ ਹੁਣ ਇਸ ਵੇਲੇ ਖੇਡ ਚੱਲ ਰਹੀ ਹੈ, ਉਹੀ ਕੈਪਟਨ ਨੇ ਟੀਮ ਦੇ, ਉਹੀ ਬੈਟਿੰਗ ਹੋ ਰਹੀ ਹੈ, ਬੋਲਿੰਗ ਹੋ ਰਹੀ ਹੈ, ਗੇਮ ਚੱਲੀ ਜਾਣ ਦਿਓ। ਜਦ ਅਗਲੀ ਗੇਮ ਖੇਲਾਂਗੇ ਉਹਦੇ 'ਚ ਤੈਅ ਹੋਏਗਾ ਕਿੰਨੇ ਬੰਦੇ ਜਿੱਤ ਕੇ ਆਉਣੇ ਆ, ਕਿੰਨੇ ਬੰਦੇ ਇਹਦੇ ਆ, ਟਿਕਟਾਂ ਵੰਡੀਆਂ ਜਾਂਦੀਆਂ। ਸੋ ਜੇ ਇਹ ਥੋੜ੍ਹੇ ਜਿਹੇ ਬੇਚੈਨ ਹੋ ਗਏ, ਜੇ ਬੇਚੈਨੀ ਨਾ ਕਰਦੇ, ਇਹਨਾਂ ਦੇ ਹੱਥ 'ਚ ਉਹਨਾਂ ਨੇ ਬਾਗਡੋਰ ਫੜਾਤੀ ਸੀ ਪਾਰਟੀ ਦੀ, ਤਾਂ ਸਿੱਧੂ ਸਾਹਿਬ ਪਾਰਟੀ ਨੂੰ ਅੱਗੇ ਵਧਾਉਂਦੇ। ਜਿਵੇਂ ਹੁਣ ਕੱਲ੍ਹ ਪਰਸੋਂ ਪ੍ਰੈਸ ਕਾਨਫਰੰਸ ਹੋਈ ਹੈ, ਮੈਂ ਸੋਚਿਆ ਜਿਹੜਾ ਰਸਤਾ ਪਾਰਟੀ ਦਾ ਅਗਲਾ ਰਸਤਾ ਹੈ, ਗੇਮ ਪਲਾਨ ਕੀ ਹੈਗੀ ਹੈ ਹੁਣ ਤੋਂ ਇਲੈਕਸ਼ਨਾਂ ਤਾਈਂ, ਕੈਪਟਨ ਸਾਹਿਬ ਜਿਹੜੀ ਲੜਾਈ ਹੈ ਉਹਨੂੰ ਪਿੱਛੇ ਛੱਡ ਦੇਣਗੇ, ਕਹਿਣਗੇ ਉਹਨੂੰ ਛੱਡੋ, ਉਹਦਾ ਹੁਣ ਮਹੱਤਵ ਨਹੀਂ। ਜਦ 3-4 ਮਹੀਨੇ ਬਚੇ ਹੈ, ਹੁਣ ਇਸ ਵੇਲੇ ਸਰਕਾਰ ਚੱਲੀ ਹੈ ਨਹੀਂ ਚੱਲੀ ਉਹਦਾ ਕੋਈ ਮਹੱਤਵ ਨਹੀਂ ਹੈ। ਹੁਣ ਤਾਂ ਆਪਾਂ ਉੱਧਰ ਹੀ ਜਾਣਾ ਜਿੱਧਰ ਰਸਤਾ ਅਗਲਾ ਇਲੈਕਸ਼ਨਾਂ ਵੱਲ। ਅਤੇ ਇਹ ਕੋਈ ਆਪਣੀ ਐਕਸ਼ਨ ਪਲਾਨ ਲਿਆਉਣਗੇ, ਕਹਿਣਗੇ ਜੀ ਆਹ ਮੁੱਦੇ ਹੈ, ਅਸੀਂ ਇਹਨਾਂ 'ਤੇ ਆਹ ਸਾਡੀਆਂ ਖਾਮੀਆਂ ਰਹੀਆਂ, ਇਹਨਾਂ ਨੂੰ ਇੰਝ ਪੂਰੀਆਂ ਕਰਾਂਗੇ, ਆਹ ਕਮੀਆਂ ਰਹਿ ਗਈਆਂ, ਸਾਨੂੰ 5 ਸਾਲ ਹੋਰ ਦਿਓ। ਕੈਪਟਨ ਸਾਹਿਬ ਵੀ ਤਾਂ ਕਹੀ ਜਾਂਦੇ ਆ ਨਾ ਮੇਰਾ ਕੰਮ ਪੂਰਾ ਨਹੀਂ ਹੋਇਆ। ਅੱਛਾ, ਬਹਾਨਾ ਵੀ ਹੈ ਹਰ ਇੱਕ ਸਰਕਾਰ ਕੋਲ ਕਿ 1.5 ਸਾਲ ਤਾਂ ਬਿਮਾਰੀ ਨੇ ਖਰਾਬ ਕਰਤਾ, ਮਹਾਮਾਰੀ ਨੇ। ਤਾਂ ਇਸ ਕਰਕੇ ਇਹ ਬਹਾਨਾ ਹੈ ਕਿ ਜੀ ਦੇਖੋ ਸਾਡਾ ਜਿਹੜਾ ਏਜੰਡਾ ਅਸੀਂ ਕੰਪਲੀਟ ਕਰਨਾ ਸੀ ਨਹੀਂ ਹੋ ਸਕਿਆ, ਬਿਮਾਰੀ ਰਹੀ ਹੈ, ਬੰਦ ਰਹੇ ਹੈ ਸ਼ਹਿਰ, ਬੰਦ ਰਹੀ ਹੈ ਸਟੇਟ, ਇਹ ਗੱਲ ਕਰਦੇ। ਅੱਛਾ, ਉਦੋਂ ਇੱਕ ਉਹ ਕੰਟਰੈਕਟ ਫਾਰਮਿੰਗ ਵਾਲਾ ਬਿੱਲ ਲੈ ਕੇ ਉਹਨੂੰ ਹੀ ਘੁਮਾਈ ਜਾਓ 2 ਘੰਟੇ। ਹੁਣ ਉਹਦਾ ਕੋਈ ਮਤਲਬ ਵੀ ਨਹੀਂ ਬਣਦਾ, ਕਿਉਂਕਿ ਕੰਟਰੈਕਟ ਫਾਰਮਿੰਗ ਅਤੇ ਫਾਰਮ ਲਾਜ਼ ਜਿਹੜੇ ਕਾਨੂੰਨ ਨੇ ਉਹਨਾਂ ਵਿੱਚ ਬਹੁਤ ਅੰਤਰ ਹੈ। ਕੰਟਰੈਕਟ ਫਾਰਮਿੰਗ ਚਲੋ ਠੀਕ ਹੋਵੇ, ਗਲਤ ਹੋਵੇ, ਉਹ ਵੀ ਕਾਨੂੰਨ ਇੱਥੇ ਲਾਗੂ ਮੇਰੇ ਖਿਆਲ ਨਹੀਂ ਹੋਇਆ ਪੰਜਾਬ 'ਚ, ਪਰ ਉਹਦਾ ਮਤਲਬ ਇਹ ਹੁੰਦਾ ਹੈ ਕਿ ਹਰੇਕ ਬੰਦਾ ਤੈਅ ਕਰ ਸਕਦਾ ਕਿ ਜੇ ਉਹਨੇ ਕਿਸੇ ਨਾਲ ਕੰਟਰੈਕਟ ਕਰਨਾ, ਕੱਲ੍ਹ ਨੂੰ ਕੰਪਨੀ ਕੋਈ ਆਉਂਦੀ ਹੈ ਕਿ ਭਾਈ ਟਮਾਟਰ ਉਗਾਓਗੇ ਤੁਸੀਂ, ਅਤੇ ਤੁਸੀਂ ਤੈਅ ਕਰਨਾ ਕਿੰਨੇ ਪੈਸੇ ਤੁਸੀਂ ਮੰਗਦੇ ਹੋ। ਨਹੀਂ ਉਗਾਉਣੇ ਨਾ ਉਗਾਓ, ਕੋਈ ਉਹਦੇ 'ਚ ਜ਼ਬਰਦਸਤੀ ਨਹੀਂ ਹੈ। ਲੇਕਿਨ ਜਿਹੜੇ ਮੋਦੀ ਦੇ ਕਾਨੂੰਨ ਆ ਉਹ ਤਾਂ ਜ਼ਬਰਦਸਤੀ ਹੈ ਨਾ। ਉਹ ਤਾਂ ਜਿਹੜੀਆਂ ਤੁਹਾਡੀਆਂ ਮੰਡੀਆਂ ਨੇ ਉਹਨਾਂ 'ਚ ਇੱਕ ਬਹੁਤ ਬੁਨਿਆਦੀ ਤਬਦੀਲ ਲਿਆਤੀ ਉਹਨਾਂ ਨੇ, ਜਿਹੜੀਆਂ ਉਹ ਫਿਰ ਉਹਦੇ 'ਚ ਇੱਕ ਖਤਰਾ ਇਹ ਪੈਦਾ ਹੋ ਗਿਆ ਕਿ ਇਹਨਾਂ ਨੇ MSP ਅੱਗੇ ਨੂੰ ਨਹੀਂ ਦੇਣੀ ਝੋਨੇ ਅਤੇ ਕਣਕ ਦੀ। ਸੋ ਉਹਨੂੰ ਇਹਦੇ ਨਾਲ ਦੋਨਾਂ ਨੂੰ ਮਿਲਾਉਣਾ, ਕਹਿਣਾ ਇਹਦੇ 'ਚ MSP ਨਹੀਂ ਹੈ, ਇਹਦੇ 'ਚ ਫਲਾਣੀ, ਉਹ ਤਾਂ ਕੋਈ ਬੱਚਿਆਂ ਵਾਲੀ ਗੱਲ ਹੈ। ਜਿਵੇਂ ਸਕੂਲ ਦੇ ਬੱਚੇ ਆਪਸ 'ਚ ਲੜਦੇ ਹੁੰਦੇ ਆ। ਤੁਸੀਂ ਪੰਜਾਬ ਦਾ ਚੀਫ ਮਿਨਿਸਟਰ ਬਣਨਾ ਹੈ ਤਾਂ ਕੋਈ ਇੱਕ ਲੈਵਲ ਹੁੰਦੀ ਹੈ, ਉਸ 'ਤੇ ਗੱਲ ਕਰੋ, ਇੱਕ ਸਤਰ 'ਤੇ ਰਹੋ। ਉਦੋਂ ਥੱਲੇ ਨਿਕਲ ਕੇ ਉਂਗਲਬਾਜ਼ੀ, ਤੂੰ ਮੈਂ ਕਰਨਾ, ਇਹ ਮੈਂ ਸਭ ਦਾ ਸ਼ੋਭਾ ਨਹੀਂ ਦਿੰਦਾ। ਅੱਜ ਉਹਨਾਂ ਦੀ ਇੱਕ ਟਵੀਟ ਵੀ ਸੀਗੀ, ਉਹ ਸੁਖਬੀਰ ਨੂੰ ਜਿਸ ਤਰ੍ਹਾਂ ਨਾਲ ਨਾਮ ਤੋੜ ਕੇ ਕਰ ਰਿਹਾ, ਇਹ ਕੋਈ ਚੀਫ ਮਿਨਿਸਟਰ ਲੈਵਲ ਦੀ ਗੱਲ ਨਹੀਂ। ਇਹ ਇੱਕ ਗੱਲ ਹੈ ਕਿ ਕੈਪਟਨ ਸਾਹਿਬ ਹੋਰ ਭਾਵੇਂ ਜੋ ਮਰਜ਼ੀ ਖਾਮੀ ਹੋਵੇ ਨਾ ਹੋਵੇ, ਲੇਕਿਨ ਇਹ ਜੀ ਸ਼ਬਦ ਉਹ ਇਸਤੇਮਾਲ ਨਹੀਂ ਕਰਦੇ ਆਪਣੇ ਵਰਖਲਾਫ ਜਿਹੜੇ ਦੂਜੇ ਬੰਦੇ ਨੇ। ਔਰ ਨਾ ਇੱਕ ਸਾਡੀ ਸਾਡੀ ਜਿਹੜੀ ਹੈਗੀ ਸਾਨੂੰ ਸਿਖਾਇਆ ਜਾਂਦਾ ਛੋਟੀ ਉਮਰ ਤੋਂ ਕਿ ਤੁਸੀਂ ਕਮ ਸੇ ਕਮ ਆਪਣੇ ਸ਼ਬਦਾਂ ਦਾ ਜਿਹੜਾ ਪ੍ਰਯੋਗ ਕਰੋ ਉਹ ਸਹੀ ਕਰਨਾ ਚਾਹੀਦਾ। ਹਾਂ ਠੀਕ ਹੈ, ਤੁਹਾਡੇ ਆਪੋਜੀਸ਼ਨ ਹੈ, ਤੁਹਾਡੀ ਕਿਸੇ ਨਾਲ ਨਹੀਂ ਬਣਦੀ, ਤੁਹਾਡੀ ਰਾਜਨੀਤਿਕ ਅੰਤਰ ਨੇ ਇੱਕ ਦੂਸਰੇ ਤੋਂ, ਲੇਕਿਨ ਉਹ ਅੰਤਰਾਂ ਦੇ ਵਿੱਚ ਕੋਈ ਐਸੇ ਲਫ਼ਜ਼ ਜਾਂ ਅਲਫਾਜ਼ ਨਹੀਂ ਯੂਜ਼ ਕਰਨੇ ਚਾਹੀਦੇ ਜਿਹੜੇ ਦੁਖਦੇ ਹੋਣ, ਜਿਹੜੇ ਤੁਸੀਂ ਵਾਪਸ ਨਹੀਂ ਲੈ ਸਕਦੇ। ਮੇਰੇ ਖਿਆਲ ਨਾਲ ਅੱਜ ਰਾਘਵ ਚੱਡਾ ਜੀ ਨੇ ਵੀ ਟਵੀਟ ਕੀਤਾ, ਉਹਨਾਂ ਨੇ ਵੀ ਸਿੱਧੂ ਨੂੰ ਰਾਖੀ ਸਾਵੰਤ ਕਹਿ ਦਿੱਤਾ ਆਫ ਪੰਜਾਬ ਪੋਲੀਟਿਕਸ।
ਉਹਨਾਂ ਨੇ ਵੀ ਇਹੀ ਜੀ ਗੱਲ ਕਹੀ ਹੈ। ਖੈਰ ਇੱਕ ਗੱਲ ਮੈਂ ਇਹ ਪੁੱਛਣੀ ਚਾਹੁੰਦਾ, ਜਿਹੜੀ ਕਾਂਗਰਸ ਹੈਗੀ ਹੈ ਉਹਦੇ ਉੱਤੇ ਜਿਹੜਾ ਇੱਕ ਤਾਂ ਸਿੱਧੂ ਵਾਲਾ ਕਲੇਸ਼ ਚੱਲ ਰਿਹਾ ਹੈ, ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਕਿਤੇ ਨਾ ਕਿਤੇ ਚਰਚਾ ਇਹ ਛਿੜ ਜਾਂਦੀ ਹੈ ਉਹ ਸ਼ਾਇਦ ਪਾਰਟੀ ਨੂੰ ਛੱਡ ਰਹੇ ਹੈ। ਪ੍ਰੈਜ਼ੀਡੈਂਟ ਰੂਲ ਵੀ ਜਿਹੜਾ ਹੈਗਾ ਕਿਹਾ ਜਾਂਦਾ ਵੀ ਪੰਜਾਬ 'ਚ ਲਾਗੂ ਹੋ ਰਿਹਾ। ਕਿਸਾਨ ਜਥੇਬੰਦੀਆਂ ਵੀ ਇਹ ਚੀਜ਼ ਨੂੰ ਕਿਤੇ ਨਾ ਕਿਤੇ ਬੋਲਦੀਆਂ ਰਹਿੰਦੀਆਂ ਨੇ, ਉਹਨਾਂ ਤਾਂ ਹੀ ਮੀਟਿੰਗਾਂ ਕੀਤੀਆਂ ਨੇ, ਅਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਵੀ ਇਹ ਗੱਲ ਕੀਤੀ। ਤੁਸੀਂ ਇਹ ਸਾਰੇ ਸਿਚੁਏਸ਼ਨ ਨੂੰ ਕਿਵੇਂ ਦੇਖਦੇ? ਦੇਖੋ 5 ਸਾਲ ਪਹਿਲਾਂ ਵੀ ਇਹ ਚਰਚਾ ਚੱਲੀ ਸੀ ਜਦ ਕੈਪਟਨ ਸਾਹਿਬ ਦਾ ਨਾਂ ਨਹੀਂ ਸੀ ਡਿਕਲੇਅਰ ਹੋਇਆ ਫॉर CM। ਤੁਹਾਨੂੰ ਯਾਦ ਹੋਣਾ ਹੈ ਬੜਾ ਲੇਟ ਜਾ ਕੇ ਉਹਨਾਂ ਨੇ ਨਾਂ ਕਿਹਾ ਸੀਗਾ ਕਿ ਇਹ ਚੀਫ ਮਿਨਿਸਟਰ ਦੇ ਚਿਹਰੇ ਹੋਣਗੇ। ਉਦੋਂ ਮੈਨੂੰ ਪਤਾ ਹੈ, ਜੋ ਮੇਰੀ ਇਨਫੋਰਮੇਸ਼ਨ ਉਦੋਂ ਦੀ ਹੈਗੀ ਹੈ, ਕਿ ਇਹ ਗੱਲ ਉਦੋਂ ਡਿਸਕਸ ਹੋਈ ਹੈ BJP ਨਾਲ ਉੱਪਰਲੇ ਸਤਰ ਤਾਈਂ ਕਿ ਕੈਪਟਨ ਸਾਹਿਬ ਜੇ ਛੱਡ ਕੇ ਆਉਣ ਤਾਂ ਫਿਰ ਕੀ ਹੋਊਗਾ। ਤਾਂ ਉਹਨਾਂ ਨੇ ਉਦੋਂ ਅੰਦਾਜ਼ਾ ਇਹ ਲਗਾਇਆ BJP ਨੇ ਕਿ ਇਹ ਸੌਦੇਬਾਜ਼ੀ ਕਰ ਰਹੇ ਆਪਣੀ ਪਾਰਟੀ ਦੀ, ਐਵੇਂ ਬੰਦੇ ਇਹਨਾਂ ਕੋਲ ਆ ਕੇ ਇਹਨਾਂ ਦੇ ਬਿਹਾਫ 'ਤੇ ਗੱਲ ਕਰ ਰਹੇ ਹੈ ਔਰ ਇਹ ਮਾਹੌਲ ਐਸਾ ਬਣਾਉਣਾ ਚਾਹੁੰਦੇ ਆ ਕਿ ਇਹ ਜਾ ਸਕਦੇ ਹੈ। ਹੁਣ ਉਹ ਜਾਣਾ ਚਾਹਣਗੇ ਨਹੀਂ ਜਾਣਾ ਚਾਹਣਗੇ ਇਹ ਤਾਂ ਉਹੀ ਜਾਣਨ। BJP ਇਸ ਵੇਲੇ ਲੈਣਾ ਚਾਹੇਗੀ ਨਹੀਂ ਲੈਣਾ ਚਾਹੇਗੀ ਇਹ BJP ਨੇ ਤੈਅ ਕਰਨਾ, ਕਿਉਂਕਿ BJP ਜਿਸ ਤਰੀਕੇ ਨਾਲ ਕਦਮ ਉਠਾ ਰਹੀ ਹੈ ਉਹ ਤਾਂ ਇਹ ਕਹਿ ਰਿਹਾ ਕਿ ਅਸੀਂ ਇਕੱਲੇ ਲੜਨਾ ਹੈ, ਸਾਨੂੰ ਕਿਸੇ ਦੀ ਲੋੜ ਹੈ ਨਹੀਂ। ਤਾਂ ਇਸ ਕਰਕੇ ਉਹ ਮਾਹੌਲ ਨਹੀਂ ਹੈ ਜਿਹੜਾ 5 ਸਾਲ ਪਹਿਲਾਂ ਸੀਗਾ। ਲੇਕਿਨ ਇਹ ਕੱਲ੍ਹ ਪੂਰਾ ਦਿਨ ਇਹ ਚਰਚਾ ਹੋਈ ਜਾਣੀ ਕਿ ਕੋਈ ਬਹੁਤ ਵੱਡਾ ਬੰਬ ਫਟਣ ਵਾਲਾ ਹੈ, ਕੋਈ ਬਹੁਤ ਵੱਡਾ ਲੀਡਰ ਇੱਕ ਗੱਲ ਤੋਂ ਇੱਕ ਧੜੇ ਤੋਂ ਦੂਜੇ ਧੜੇ ਜਾਣ ਲੱਗਿਆ। ਇਹੋ ਜਿਹੇ ਮਾਹੌਲ 'ਚ ਜੋ ਇਸ ਵੇਲੇ ਬਣਿਆ ਹੋਇਆ ਹੈ ਕੁਛ ਵੀ ਹੋ ਸਕਦਾ ਹੈ। ਤੁਸੀਂ ਇਸ ਕਰਕੇ ਇਹਨੂੰ ਜਿਵੇਂ ਅੰਗਰੇਜ਼ੀ ਕਹਿੰਦੇ ਰੂਲ ਆਊਟ ਨਹੀਂ ਕਰ ਸਕਦੇ ਕਿ ਜੇ ਤੰਗ ਹੀ ਕਰੀ ਜਾਓਗੇ ਤੁਸੀਂ ਕਿਸੇ ਬੰਦੇ ਨੂੰ। ਤੁਸੀਂ ਸਿੱਧੂ ਸਾਹਿਬ ਨੂੰ ਅੱਧਾ ਅੰਦਰ ਵਾੜਤਾ ਪਾਰਟੀ ਦੇ ਔਰ ਉਹ ਬੰਦਾ ਸਾਰਾ ਟਾਈਮ ਹੀ ਉਹਨੂੰ ਬਾਊ ਕਰੀ ਜਾਏ ਦੂਸਰੇ ਬੰਦੇ ਨੂੰ, ਤਾਂ ਉਹ ਵੀ ਕਿਸ ਹੱਦ ਤੱਕ ਬਰਦਾਸ਼ਤ ਕਰੇਗਾ? ਜਾਂ ਤਾਂ ਸੈਂਟਰ ਕੰਟਰੋਲ ਕਰੇ ਇਹਨੂੰ ਜਾਂ ਤਬਦੀਲੀ ਲਿਆਵੇ, ਔਰ ਜਾਂ ਫਿਰ ਜੇ ਇਵੇਂ ਹੀ ਲੜਦੇ ਰਹਿਣਗੇ ਇਹ ਤਾਂ ਇਹਦਾ ਨਾ ਤਾਂ ਪਾਰਟੀ ਨੂੰ ਫਾਇਦਾ ਹੋਣਾ ਹੈ, ਪਰ ਇਹਦੇ 'ਚ ਕੋਈ ਵੀ ਧੜਾ ਜਾਂ ਸਿੱਧੂ ਸਾਹਿਬ ਜਾਂ ਕੈਪਟਨ ਸਾਹਿਬ ਕੋਈ ਵੀ ਕਦਮ ਚੱਕ ਸਕਦੇ। ਅਤੇ ਜਿਹੜੀ ਕਿਸਾਨਾਂ ਦੀ ਗੱਲ ਕਰ ਲਈ, ਜੇ ਕਿਸਾਨਾਂ ਨੇ ਸਿਆਸੀ ਪਾਰਟੀ ਨੂੰ ਮੀਟਿੰਗ ਕੀਤੀ, ਪਹਿਲੀ ਵਾਰ ਹੋਇਆ ਵੀ ਸਿਆਸੀ ਜਿਹੜੇ ਆਗੂ ਹੈ ਵੇਟ ਕਰ ਰਹੇ ਸੀਗੇ ਗੱਲਬਾਤ ਕਰਨ ਵਾਸਤੇ, ਅਤੇ ਫਿਰ ਉਹਨਾਂ ਨੂੰ ਇੱਕ ਅਪੀਲ ਕੀਤੀ ਹੈ ਵਿਪ ਦੇ ਤੌਰ 'ਤੇ ਕਿਹਾ ਗਿਆ ਵੀ ਤੁਸੀਂ ਕੈਂਪੇਨ ਨਾ ਕਰੋ ਕਿਉਂਕਿ ਇਸ ਨਾਲ ਮੋਰਚੇ ਨੂੰ ਬਹੁਤ ਨੁਕਸਾਨ ਹੈ ਅਤੇ ਕੇਂਦਰ ਵੀ ਇਸ ਦਾ ਫਾਇਦਾ ਲੈ ਸਕਦਾ ਹੈ। ਤੁਸੀਂ ਕਿਵੇਂ ਦੇਖਦੇ ਹੋ ਡਿਸੀਜਨ ਜਿਹੜਾ ਕਿਸਾਨਾਂ ਨੇ ਲਿਆ? ਦੇਖੋ ਉਹਨਾਂ ਨੇ ਇਹ ਕਿਉਂ ਕਿਹਾ ਦਸੰਬਰ ਤੱਕ ਨਾ ਕਰੋ, ਜਾਂ ਤਾਂ ਕਹਿੰਦੇ ਇਲੈਕਸ਼ਨ ਤਾਂ ਹੀ ਨਾ ਕਰੋ। 1.5 ਮਹੀਨੇ ਦਾ ਉਹ ਇਲੈਕਸ਼ਨ ਕਮਿਸ਼ਨ ਨੇ, ਇਲੈਕਸ਼ਨ ਕਮਿਸ਼ਨ ਕਹਿੰਦਾ ਹੁੰਦਾ ਕਿ ਭਾਈ ਹੁਣ ਕੋਡ ਆਫ ਕੰਡਕਟ ਲੱਗ ਗਿਆ ਜਦ ਅਸੀਂ ਇਲੈਕਸ਼ਨਾਂ ਅਨਾਊਂਸ ਕਰਤੀਆਂ। ਇਹਦੇ ਤੋਂ ਅੰਦਾਜ਼ਾ ਤੁਸੀਂ 2 ਅੰਦਾਜ਼ੇ ਲਗਾ ਸਕਦੇ ਹੋ। ਇੱਕ ਤਾਂ ਗੁਰਨਾਮ ਸਿੰਘ ਚੜੂਨੀ ਜੀ, ਉਹ ਕੱਲ੍ਹ ਹੀ ਵਲਟੋਹਾ 'ਚ ਮੀਟਿੰਗ ਕੀਤੀ ਆ, ਉਹਨਾਂ ਨੇ ਕਾਫੀ ਇਕੱਠ ਕੀਤਾ ਹੋਇਆ ਸੀਗਾ। ਸੋ ਇਹਦਾ ਮਤਲਬ ਜਥੇਬੰਦੀਆਂ ਇਕੱਠੀਆਂ ਨਹੀਂ ਹੈ, ਉਹਨਾਂ 'ਚ ਕੁਛ ਧੜੇ ਐਸੇ ਹੈ ਜਿਹੜੇ ਇਹ ਕਹਿੰਦੇ ਆ ਕਿ ਨਹੀਂ ਅਸੀਂ ਤਾਂ ਕੈਂਪੇਨ ਕਰਾਂਗੇ। ਜੇ ਉਹ ਕਰਨਗੇ ਤਾਂ ਪੋਲੀਟੀਕਲ ਪਾਰਟੀ ਕਿਉਂ ਨਾ ਕਰੇ। ਜੇ ਉਹ ਉੱਥੇ ਬੈਠ ਕੇ ਕਹਿ ਰਹੇ ਆ ਔਰ ਸਟੇਜ ਤੋਂ ਕਹਿ ਰਿਹਾ ਕਿ ਨਹੀਂ ਜੀ ਪੋਲੀਟਿਕਸ 'ਚ ਆਉਣਾ ਚਾਹੀਦਾ ਕਿਸਾਨਾਂ ਨੂੰ। ਮਿਸ਼ਨ ਪੰਜਾਬ ਨਾਮ ਸਰ। ਅੱਛਾ, ਮਿਸ਼ਨ ਪੰਜਾਬ ਹੈ। ਹੁਣ ਮਿਸ਼ਨ ਪੰਜਾਬ ਦਾ ਮਤਲਬ ਕੀ ਹੈ? ਅਸੀਂ ਕਹਿੰਦੇ ਸਾਡਾ ਵੀ ਮਿਸ਼ਨ ਪੰਜਾਬ ਹੈ ਸਾਡੇ ਮੰਚ ਦਾ, ਲੇਕਿਨ ਉਹ ਐਕਸਪਲੇਨ ਕਰਨਾ ਚਾਹੀਦਾ। ਮਿਸ਼ਨ ਪੰਜਾਬ ਦਾ ਮਤਲਬ ਸਿਰਫ ਚਿਹਰਿਆਂ ਦੀ ਲੜਾਈ ਹੈ ਕਿ ਚਿਹਰਾ ਕੌਣ ਹੋਊਗਾ, ਜਾਂ ਮਿਸ਼ਨ ਪੰਜਾਬ ਹੈਗਾ ਹੈ ਕਿ ਅੰਦੋਲਨ ਦਾ ਕੀ ਅੰਤ ਹੋਊਗਾ? ਫਿਰ ਤਾਂ ਤੁਹਾਨੂੰ ਰਲ ਕੇ ਚੱਲਣਾ ਚਾਹੀਦਾ ਸਾਰੇ ਜਥੇਬੰਦੀਆਂ ਨੂੰ। ਸੋ ਇਸ ਕਰਕੇ ਜੇ ਕੁਛ ਜਥੇਬੰਦੀਆਂ ਕਹਿਣ ਜੀ ਅਸੀਂ ਹੁਣੇ ਤੋਂ ਕਰਨਾ ਹੈ, ਕੁਛ ਕਹਿਣ ਅਸੀਂ ਜਨਵਰੀ ਤੋਂ ਕਰਾਂਗੇ, ਇਹਦਾ ਮਤਲਬ ਲੜਨੇ ਤਾਂ ਸਾਰੇ ਚਾਹੁੰਦੇ ਹੈ। ਉਗਰਾਹਾਂ ਸਾਹਿਬ ਦੇ ਇਲਾਵਾ ਉਹਨਾਂ ਨੇ ਕਿਹਾ ਮੈਂ ਨਹੀਂ ਇਸ ਗੱਲ 'ਚ ਆਉਣਾ। ਦੂਜਿਆਂ 'ਚ ਅੰਤਰ ਸਿਰਫ ਇੰਨਾ ਹੀ ਨਾ, ਰੇਸ ਕਦ ਸ਼ੁਰੂ ਕਰਨੀ ਹੈ। ਇੱਕ ਤਾਂ ਕਹਿੰਦੇ ਇਸ ਦਾ ਭਾਈ ਭੱਜ ਲਏ, ਦੂਜੇ ਕਹਿੰਦੇ ਹਲੇ ਰੁਕੇ ਰਹੋ ਠਹਿਰ ਕੇ ਭੱਜਾਂਗੇ। ਤਾਂ ਉਹਦੇ 'ਚੋਂ ਅੰਦਾਜ਼ਾ ਕੀ ਲਗਾਉਣੇ? ਠਹਿਰ ਕੇ ਭੱਜਣ ਦਾ ਕੀ ਮਤਲਬ ਹੋਇਆ? ਕੀ ਉਹਨਾਂ ਦਾ ਅੰਦਾਜ਼ਾ ਹੈ ਕਿ ਪ੍ਰਾਈਮ ਮਿਨਿਸਟਰ UP ਦੀ ਇਲੈਕਸ਼ਨ ਦੇ ਪ੍ਰੈਸ਼ਰ ਕਰਕੇ ਕੁਛ ਨਾ ਕੁਛ ਕਿਸਾਨਾਂ ਨਾਲ ਫੈਸਲਾ ਕਰ ਲੈਣਗੇ, ਕਿਉਂਕਿ UP ਦੀ ਇਲੈਕਸ਼ਨ ਵੀ ਪੰਜਾਬ ਦੇ ਇਲੈਕਸ਼ਨ ਦੇ ਨਾਲ ਹੋਣੀ ਹੈ। ਇਹ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਿਲ ਹੈ, ਕਿਉਂਕਿ ਮੋਦੀ ਸਾਹਿਬ ਦਾ ਆਪਣਾ ਹੀ ਤਰੀਕਾ ਹੁੰਦਾ ਹੈ। ਜੇ ਉਹ ਅੜ ਜਾਣ ਅੜੇ ਵੀ ਰਹਿਣਗੇ, ਜੇ ਉਹਨਾਂ ਨੇ ਕੋਈ ਫੈਸਲਾ ਕਰ ਲਿਆ ਉਹ ਫੈਸਲਾ ਕਰੀ ਰੱਖਣਗੇ। ਤਾਂ ਜੇ ਉਹਨਾਂ ਨੇ ਨਾ ਕੀਤਾ, ਜੇ ਫੈਸਲਾ ਨਾ ਕੀਤਾ, ਉਹਨਾਂ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਬਹੁਤਾ ਫਰਕ ਨਾ UP 'ਚ ਪੈਣਾ ਨਾ ਪੰਜਾਬ 'ਚ ਪੈਣਾ, ਉਹਨਾਂ ਨੇ ਹਲੇ ਵੀ ਜਿੱਤ ਜਾਣਾ। ਲੇਕਿਨ ਇਹ ਦੋਨੋਂ ਸੂਬਿਆਂ 'ਚ ਇਹੋ ਜਿਹੀ ਸਰਕਾਰ ਬਣ ਜਾਂਦੀ ਹੈ ਜਿਹੜੀ ਕਿਸਾਨਾਂ ਦੇ ਨਾਲ ਨਾ ਜੁੜੀ ਹੋਵੇ ਪਾਰਟੀ, ਉਹਦੀ ਸਰਕਾਰ ਬਣ ਜਾਂਦੀ ਹੈ। ਔਰ UP 'ਚ ਉਹੀ ਸਰਕਾਰ ਦੁਹਰਾ ਲੈਂਦੇ BJP, ਕਿਉਂਕਿ ਕਿਸਾਨ ਹੈ ਹੀ ਨਹੀਂ ਤੁਹਾਡੇ ਨਾਲ, ਲੋਕ ਹੈ ਨਹੀਂ ਤੁਹਾਡੇ ਨਾਲ। ਮੁਜ਼ੱਫਰਨਗਰ ਜਿਹੜੀ ਮਹਾ ਪੰਚਾਇਤ ਹੋਈ ਹੈ, ਤੁਹਾਨੂੰ ਲੱਗਦਾ ਉਹਦਾ ਅਸਰ ਦਿਖੂਗਾ ਆਉਣ ਵਾਲੀਆਂ UP ਦੀ ਚੋਣਾਂ 'ਚ? ਜਿਸ ਤਰ੍ਹਾਂ ਦਾ ਕਿਸਾਨਾਂ ਨੂੰ ਉੱਥੇ ਰਿਸਪੌਂਸ ਮਿਲਿਆ, ਬਹੁਤ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ। ਦੇਖੋ ਇਕੱਲਾ ਉਹਦਾ ਨਹੀਂ ਹੈ, ਰਾਸ਼ਟਰ ਲੋਕ ਦਲ ਅਤੇ ਸਮਾਜਵਾਦੀ ਪਾਰਟੀ ਦੀ ਆਪਸ 'ਚ ਅਲਾਇੰਸ ਹੈ। ਉਹ ਸੀਟਾਂ ਦੇ ਬਟਵਾਰੇ 'ਤੇ ਹੈਗਾ ਕਿੰਨੀਆਂ ਦੇਣੀਆਂ ਨਹੀਂ ਦੇਣੀਆਂ, ਔਰ ਇਹ ਇੱਕ
ਅਲਾਇੰਸ ਐਸਾ ਹੈ ਜਿਹਦੇ ਵਿੱਚ ਕਿ ਨੈਚੁਰਲ ਅਲਾਇੰਸ ਹੋ ਜਾਂਦਾ, ਕਿਉਂਕਿ ਜਿੱਥੇ ਜਾਟ ਨੇ ਉੱਥੇ ਯਾਦਵ ਨਹੀਂ ਹੈ, ਜਿੱਥੇ ਯਾਦਵ ਨੇ ਉੱਥੇ ਜਾਟ ਹੈ ਨਹੀਂ, ਮੁਸਲਮਾਨ ਦੋਨੋਂ ਜਗ੍ਹਾ ਹੈ। ਸੋ ਝਗੜਾ ਸਿਰਫ ਉੱਥੇ ਹੈ ਕਿ ਜਿੱਥੇ ਮੁਸਲਮਾਨ ਜ਼ਿਆਦਾ ਹੈ ਉਹ ਸਮਾਜਵਾਦੀ ਲੜੂਗੀ ਕਿ ਇਹ ਲੜਨਗੇ, ਕਿਉਂਕਿ ਜਾਟਾਂ ਤੇ ਮੁਸਲਮਾਨਾਂ ਦੇ ਵਿੱਚ ਜਿਹੜੀਆਂ ਤਰੇੜਾਂ, ਜਿਹੜੇ ਰਾਈਟਸ ਹੋਏ ਸੀ 5 ਸਾਲ ਪਹਿਲਾਂ, ਜਿਹੜੀਆਂ ਆਈਆਂ ਸੀ 5-6 ਸਾਲ ਪਹਿਲਾਂ, ਉਹ ਤਰੇੜਾਂ ਭਰੀਆਂ ਗਈਆਂ ਇਸ ਅੰਦੋਲਨ ਨਾਲ। ਹੁਣ ਯੂਪੀ ਦੇ ਦੇਖੋ, ਦੂਜਾ ਫਰਕ ਇਹ ਹੈ, ਯੂਪੀ 'ਚ ਤਾਂ ਕਹਿੰਦੇ ਨਹੀਂ, ਤਕੇਤ ਸਾਹਿਬ ਤਾਂ ਕਹਿੰਦੇ ਨਹੀਂ ਕਿ ਤੁਸੀਂ ਪੋਲੀਟਿਕਸ ਨਾ ਕਰੋ। ਜੇ ਇੱਕ ਵੱਡੀ ਯੂਪੀ ਦੀ ਜਿਹੜਾ ਧੜਾ ਹੈਗਾ ਕਿਸਾਨਾਂ ਦਾ ਅੰਦੋਲਨ ਕਰ ਰਿਹਾ ਹੈ, ਉਹ ਤਾਂ ਕਹਿ ਨਹੀਂ ਰਿਹਾ ਕਿ ਇਲੈਕਸ਼ਨ ਨਾ ਲੜੋ। RLD ਵਾਲੇ ਜयंत ਸਿੰਘ ਉੱਥੇ ਪੂਰੀ ਆਪਣੀ ਕੈਂਪੇਨਿੰਗ ਸ਼ੁਰੂ ਕਰ ਰਹੇ ਹੈ। ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਇੱਥੇ ਕੈਂਪੇਨਿੰਗਾਂ ਕਰੋ, ਕਿਸੇ ਨੂੰ ਨਹੀਂ ਕਿਹਾ ਪਿੰਡਾਂ 'ਚ ਨਾ ਵੜੋ, ਤੇ ਫਿਰ ਪੰਜਾਬ 'ਚ ਦੂਜਾ ਰੂਲ ਕਿਉਂ ਹੈ? ਸੋ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ। ਇਹਦੇ 'ਚ ਇਹ ਲੱਗਦਾ ਕਿ ਕੁਝ ਧੜੇ ਜਿਹੜੇ ਕਿਸਾਨਾਂ ਦੇ ਵਿੱਚ ਹੈ, ਉਹਨਾਂ ਦੇ ਮਨ ਦੇ ਵਿੱਚ ਕੁਝ ਹੋਰ ਹੈ, ਕਹਿੰਦੇ ਕੁਝ ਹੋਰ ਹੈ। ਮਨ ਦੇ ਵਿੱਚ ਹੈ ਕਿ ਅਸੀਂ ਵੀ ਆਉਣਾ ਚਾਹੁੰਦੇ ਹਾਂ, ਲੇਕਿਨ ਆ ਨਹੀਂ ਸਕਦੇ ਜਦ ਤਾਈਂ ਸਾਨੂੰ ਸਰਕਾਰ ਕੋਈ ਫੈਸਲਾ ਨਹੀਂ ਕਰਦੀ। ਪਿੰਡ ਵਾਲਿਆਂ ਨੂੰ ਆ ਕੇ ਕੀ ਕਹਾਂਗੇ ਕਿ ਤੁਸੀਂ ਭਾਈ ਇੰਨੇ ਮਹੀਨੇ ਦੇ ਉੱਥੇ 9-10 ਮਹੀਨੇ ਦੇ ਬੈਠੇ ਹੋ, ਅਸੀਂ ਇੰਨਾ ਰਾਸ਼ਨ ਦਿੱਤਾ, ਬੰਦੇ ਭੇਜੇ, ਆਪਣੀਆਂ ਡਿਊਟੀਆਂ ਛੱਡ ਕੇ ਬੰਦੇ ਗਏ ਹੈ, ਬੀਬੀਆਂ ਗਈਆਂ। ਸੋ ਇਸ ਕਰਕੇ ਉਹ ਕਹਿਣਗੇ ਤੁਸੀਂ ਲੈ ਕੇ ਕੀ ਆਏ 10 ਮਹੀਨੇ ਬਾਅਦ। ਸੋ ਉਹਨਾਂ ਨੂੰ ਇਹ ਲੱਗਦਾ ਜਦ ਤਾਈਂ ਕੁਝ ਮਿਲ ਨਹੀਂ ਜਾਂਦਾ ਅਸੀਂ ਵਾਪਸ ਨਹੀਂ ਜਾ ਸਕਦੇ। ਜਦ ਅਸੀਂ ਵਾਪਸ ਨਹੀਂ ਜਾ ਸਕਦੇ, ਅਸੀਂ ਕਿਸੇ ਨਾਲ ਨਾ ਜੁੜੀਏ, ਅਸੀਂ ਆਪਣਾ ਹੀ ਬਣਾਉਣਾ ਹੈ, ਤਾਂ ਕਿਸੇ ਹੋਰ ਨੂੰ ਕਰਨ ਨਾ ਦੇਈਏ। ਤਾਂ ਇਹ ਗੱਲ ਇਹਨਾਂ 'ਚ ਕੁਝ ਜਿਹੜੀਆਂ ਆਹ ਤਰੇੜਾਂ ਹੈਗੀਆਂ, ਇਹ ਜਥੇਬੰਦੀਆਂ ਨੂੰ ਸਮਝਾਉਣਾ ਪਊਗਾ। ਸਿਆਣੇ ਹੋਣ ਤਾਂ ਉਹਨਾਂ ਨੂੰ ਇਹ ਕਰਨਾ ਚਾਹੀਦਾ ਕਿ ਕਹਿਣ ਜੀ ਦੇਖੋ ਅਸੀਂ ਸਾਰੇ ਇਕੱਠੇ ਹਾਂ। ਔਰ ਮੇਰੀ ਇੱਕ ਦੋ ਉਹਨਾਂ 'ਚੋਂ ਲੀਡਰਾਂ ਨਾਲ ਗੱਲ ਹੋਈ ਹੈ, ਮੈਂ ਨਾਂ ਨਹੀਂ ਲਵਾਂਗਾ, ਮੈਂ ਇਹੀ ਸੁਝਾਅ ਦਿੱਤਾ, ਮੈਂ ਕਿਹਾ ਜੀ ਤੁਸੀਂ ਆਪਣੇ ਬੰਦੇ ਦੇ ਦਿਓ। ਜਿਹੜੀਆਂ ਪਾਰਟੀ, ਜਿਹੜੀ ਵੀ ਕੋਈ ਤੁਹਾਨੂੰ ਪਾਰਟੀ ਪਸੰਦ ਹੈ, ਕੋਈ ਨਵੀਂ ਪਾਰਟੀ ਖੜੀ ਹੋ ਜਾਂਦੀ ਹੈ, ਜਿਹੜੀਆਂ 3 ਪਾਰਟੀਆਂ ਹੈ, ਉਹਨਾਂ ਨੂੰ ਕਹੋ ਜੀ ਆਹ ਸਾਡੇ ਬੰਦੇ ਤੁਸੀਂ ਲੈ ਲਓ। ਅਸੀਂ ਕਿਉਂਕਿ ਅੰਦੋਲਨ ਨਾਲ ਜੁੜੇ ਹੋਏ ਹਾਂ, ਅਸੀਂ ਅੰਦੋਲਨ ਕਰ ਰਹੇ ਹਾਂ, ਅਸੀਂ ਆਪਣੇ ਨਹੀਂ ਖੜੇ ਕਰਨੇ, ਲੇਕਿਨ ਅਸੀਂ ਇਹ ਕਹਾਂਗੇ ਆ 20-25-30 ਬੰਦੇ ਜਿਹੜੇ ਹੈ ਜਿਨ੍ਹਾਂ 'ਤੇ ਅਸੀਂ ਹੱਥ ਲਾਵਾਂਗੇ, ਗੂਠਾ ਲਾ ਦਿੰਦੇ ਹਾਂ ਕਿ ਇਹ ਬੰਦਾ ਸਹੀ ਹੈ, ਇਹਨੂੰ ਤੁਸੀਂ ਖੜਾ ਕਰ ਲਓ। ਉਸ ਗੱਲ 'ਤੇ ਹਲੇ ਕੋਈ ਆਉਂਦਾ ਨਹੀਂ। ਤਾਂ ਇਸ ਕਰਕੇ ਉਹਨਾਂ ਦੇ ਮਨ 'ਚ ਕੀ ਗੱਲ ਹੈ ਉਹ ਹਲੇ ਸਾਫ਼ ਨਹੀਂ। ਪਰ ਤੁਹਾਨੂੰ ਕੀ ਲੱਗਦਾ ਵੀ ਕਿਸਾਨਾਂ ਨੂੰ ਸਿਆਸਤ 'ਚ ਆਉਣਾ ਚਾਹੀਦਾ, ਚੋਣਾਂ ਲੜਨੀਆਂ ਚਾਹੀਦੀਆਂ ਨੇ? ਤੁਹਾਡੀ ਆਪਦੀ ਐਕਸਪੀਰੀਅੰਸ ਰਾਹੀਂ ਜਿੰਨੀਆਂ ਤੁਸੀਂ ਗੱਲਾਂ ਬਾਤਾਂ ਕੀਤੀਆਂ, ਜਥੇਬੰਦਾ ਮੋਰਚਾ ਖੜਾ ਦੇਖਦੇ ਹੋ, ਤੁਹਾਨੂੰ ਕੀ ਲੱਗਦਾ ਉਹਨਾਂ ਲੜਨੀਆਂ ਚਾਹੀਦੀਆਂ ਚੋਣਾਂ? ਦੇਖੋ, ਲੋਕਤੰਤਰ ਦੇ ਵਿੱਚ ਕੋਈ ਵੀ ਲੜ ਸਕਦਾ ਹੈ ਔਰ ਕੋਈ ਵੀ ਅੰਦੋਲਨ ਹੁੰਦਾ ਹੈ। ਅੰਦੋਲਨ ਦੇ ਵਿੱਚੋਂ ਸਿਆਸਤ ਤੇ ਪੋਲੀਟਿਕਸ ਨਿਕਲ ਕੇ ਆਉਂਦੀ ਹੈ। ਕੇਜਰੀਵਾਲ ਵੀ ਇੰਝ ਹੀ ਆਇਆ ਨਾ, ਇੰਡੀਆ ਅਗੇਂਸਟ ਕਰਪਸ਼ਨ ਸੀਗਾ, RSS ਨੇ ਮਦਦ ਕੀਤੀ, ਉਹਦਾ ਇਹਦਾ ਫਾਇਦਾ ਉਠਾ ਗਿਆ। ਬਾਬਾ ਰਾਮਦੇਵ ਵਗੈਰਾ ਜੁੜੇ ਹੋਏ ਸੀ, ਉਹਨਾਂ ਨੇ ਜਦ ਦੇਖਿਆ ਇਹਨੇ ਆਪਣੀ ਖੜੀ ਕਰ ਲਈ, ਉਹ ਛਾਲਾ ਮਾਰ ਕੇ ਭੱਜ ਗਏ ਸਾਰੇ। ਲੇਕਿਨ ਉਸ ਵੇਲੇ ਤਾਂ UPA ਦੇ ਖਿਲਾਫ RSS ਨੇ ਪੂਰੀ ਸਪੋਰਟ ਦਿੱਤੀ ਹੈ ਉਸ ਅੰਦੋਲਨ ਨੂੰ। ਅੰਦੋਲਨ ਦਾ ਇਹ ਹੁੰਦਾ ਹੈ, ਹਰੇਕ ਅੰਦੋਲਨ 'ਚੋਂ ਜਦ ਪੋਲੀਟੀਕਲ ਪਾਰਟੀ ਬਣਦੀ ਹੈ, ਉਹਦੇ 'ਚ ਇਹ ਹੁੰਦਾ ਕਿ ਹਾਇਰਾਰਕੀ ਜਦ ਤੁਸੀਂ ਬਣਾਉਂਦੇ ਹੋ, ਫਿਰ ਤੁਹਾਨੂੰ ਗਾਂਧੀ ਚਾਹੀਦਾ ਹੁੰਦਾ। ਆਮ ਆਦਮੀ ਪਾਰਟੀ 'ਚ ਵੀ ਰੌਲਾ ਇਹ ਹੋ ਗਿਆ, ਇਹਨਾਂ ਦਾ ਗਾਂਧੀ ਭੱਜ ਗਿਆ, ਅੰਨਾ ਹਜ਼ਾਰੇ ਤਾਂ ਚਲਾ ਗਿਆ ਕਿਉਂਕਿ ਉਹ RSS ਨਾਲ ਸੰਬੰਧ ਸੀ। ਉਹ ਕਹਿੰਦੇ ਨਹੀਂ ਮੈਂ ਇਸ ਦੇ ਹੱਕ 'ਚ ਨਹੀਂ ਤੁਸੀਂ। ਸੋ ਤਾਂ ਹੀ ਇਹਨਾਂ ਦੀ ਫਿਰ ਲੜਾਈਆਂ ਹੋਈਆਂ ਆਪਸ। ਜਿਹੜੇ ਵੱਡੇ ਨੇਤਾ ਕੇਜਰੀਵਾਲ ਦੇ ਨਾਲ ਸੀ, ਉਹ ਜਦ ਤੁਸੀਂ ਅੰਦੋਲਨ ਕਰਦੇ ਹੋ ਤਾਂ ਫਰਸ਼ 'ਤੇ ਹੁੰਦੇ ਆ ਸਾਰੇ, ਇੱਕ ਬਰਾਬਰ ਹੁੰਦੇ ਆ, ਇੱਕ ਥੋੜ੍ਹਾ ਜਿਹਾ ਅੱਗੇ ਹੁੰਦਾ, ਬਾਕੀ ਇੱਕ ਬਰਾਬਰ ਹੁੰਦੇ ਆ। ਸੋ 8-10-15 ਐਸੇ ਨੇਤਾ ਹੁੰਦੇ ਜਿਹੜੇ ਸਮਝਦੇ ਅਸੀਂ ਕੇਜਰੀਵਾਲ ਦੇ ਜਮਾਤੀ ਹੈ, ਨਾਲ ਦੇ ਹੈ ਭਾਈ, ਉਸੇ ਕੱਦ ਦੇ ਹੈ। ਪਰ ਜਦ ਤੁਸੀਂ ਪੋਲੀਟੀਕਲ ਪਾਰਟੀ ਬਣਾ ਲੈਂਦੇ ਹੋ, ਸਾਰੇ ਇੱਕ ਕੱਦ ਦੇ ਨਹੀਂ ਹੁੰਦੇ। ਇੱਕ ਬੰਦੇ ਦਾ ਕੱਦ ਉੱਪਰ ਹੋਏਗਾ, ਫਿਰ ਥੱਲੇ ਹੋਊਗਾ, ਇੱਕ ਹਾਇਰਾਰਕੀ ਉੱਪਰੋਂ ਥੱਲੇ ਤਾਈਂ ਬਣਾਉਣੀ ਪਏਗੀ। ਜਿਵੇਂ ਪੁਲਿਸ ਫੋਰਸ ਹੁੰਦੀ ਹੈ, ਐਵੇਂ ਪੋਲੀਟੀਕਲ ਪਾਰਟੀ ਹੈ। ਉਹਨੂੰ ਬਣਾਉਣ ਜਦ ਤੁਸੀਂ ਲੱਗੋਗੇ, ਉਹ ਕਿਸਾਨਾਂ ਨੂੰ ਵੀ ਉਹੀ ਮੁਸ਼ਕਲ ਆਊਗੀ। ਇਹਨਾਂ ਦਾ ਲੀਡਰ ਕੌਣ ਹੋਊਗਾ, ਉਹਦੇ 'ਚ ਵਾਈਸ ਪ੍ਰੈਜ਼ੀਡੈਂਟ ਕੌਣ ਹੋਣਗੇ, ਪਾਵਰ ਕਿਹਦੇ ਕੋਲ ਜਾਊਗੀ? ਔਰ ਇਕੱਲੇ ਕਿਸਾਨਾਂ ਦੇ ਨਾਲ ਤਾਂ ਤੁਸੀਂ ਚੀਫ ਮਿਨਿਸਟਰ ਨਹੀਂ ਬਣਾ ਸਕਦੇ, ਕਿਉਂਕਿ ਜੇ ਅਸੀਂ ਲਈਏ ਜੱਟਾਂ ਦੀ ਅਤੇ ਪਿੰਡਾਂ ਦੀ ਆਬਾਦੀ, ਜੇ ਲੇਬਰ ਨੂੰ ਛੱਡ ਦਈਏ ਤਾਂ 25% ਹੋਣੀ ਹੈ ਵੋਟ। 10-15 ਹੋਰ ਮਿਲਾ ਲਓ ਜਿਹੜੀ ਲੇਬਰ ਹੈ, ਹੋ ਸਕਦਾ ਇਹਨਾਂ ਨੂੰ ਵੋਟਾਂ ਪਾਉਣ ਨਾ ਪਾਉਣ। ਦਲਿਤ ਵੋਟ, ਤੀਜੇ ਹਿੱਸੇ ਹੀ ਦਲਿਤ ਵੋਟ ਆ ਜਾਂਦੀ ਹੈ, ਬਾਕੀ ਹਿੰਦੂ ਵੋਟ ਆ ਗਈ। ਸੋ ਉਹਨਾਂ ਨੂੰ ਲਏ ਬਿਨਾਂ ਤੁਸੀਂ ਕਿਵੇਂ ਦੂਜੀਆਂ ਪਾਰਟੀਆਂ ਜਿਹੜੀਆਂ ਆਪ ਜਾਂ ਕਾਂਗਰਸ ਦੀ, ਹੁਣ ਦੇਖੋ BJP ਤੋਂ ਤੋੜ ਕੇ ਅਕਾਲੀ ਦਲ ਬੰਦੇ ਅੰਦਰ ਲੈ ਰਿਹਾ, ਕਿਉਂ? ਕਿਉਂਕਿ ਅੱਗੇ ਤਾਂ ਇਹਨਾਂ ਨੂੰ ਇਹ ਹੁੰਦਾ ਸੀ ਕਿਉਂਕਿ BJP ਦੇ ਨਾਲ ਅਲਾਇੰਸ ਸੀ, ਹਿੰਦੂ ਵੋਟ ਵੈਸੇ ਜੁੜ ਜਾਂਦੀ ਸੀ। ਹੁਣ ਉਹ ਸਿੱਧੇ ਹਿੰਦੂ ਨੂੰ ਲੈ ਕੇ ਰਹੇ। ਇਹ ਅਕਾਲੀ ਦਲ ਦੇ ਅੰਦਰ ਜੇ ਤੁਸੀਂ ਅੱਜ ਦੇਖੋ, ਇਹ ਹੋਰ ਜਗ੍ਹਾ ਕਹਿੰਦੇ ਨੇ ਜੀ ਕਿ ਦਾੜੀਆਂ ਰੱਖਣੀਆਂ ਜੀ, ਆਹ ਰੱਖਣੀਆਂ। ਦਾੜੀ ਕੱਟੇ ਹੋਏ ਇਹਨਾਂ ਦੇ ਮੈਂਬਰ ਨੇ ਹੁਣ ਇਸ ਵੇਲੇ, ਇਹਨਾਂ ਦੇ ਵਿੱਚ ਹਿੰਦੂ ਜੁਆਇਨ ਕਰ ਰਹੇ ਨੇ ਅਕਾਲੀ ਦਲ ਨੂੰ। ਸੋ ਇਹ ਉਹ ਅਕਾਲੀ ਦਲ ਤਾਂ ਰਿਹਾ ਨਹੀਂ। ਤਾਂ ਹੀ ਮੈਂ ਕਹਿੰਦਾ ਬਾਦਲ ਦਲ ਹੈ, ਇੱਕ ਤਰ੍ਹਾਂ ਦਾ ਇੱਕ ਲੋਕਲ ਪਾਰਟੀ ਹੈਗੀ ਹੈ ਜਿਹੜੀ ਇੱਕ ਫੈਮਿਲੀ ਕੰਟਰੋਲ ਕਰਦੀ, ਜਿਵੇਂ ਸਾਰੇ ਹਿੰਦੁਸਤਾਨ 'ਚ ਇਹ ਜਿਹੀਆਂ ਪਾਰਟੀਆਂ, ਇੱਕ ਫੈਮਿਲੀ ਕੰਟਰੋਲ ਕਰਦੀ ਹੈ, ਉਹਦੇ ਜਿਹੜਾ ਮਰਜ਼ੀ ਜੁਆਇਨ ਕਰ ਲੇ। ਤਾਂ ਇਸ ਕਰਕੇ ਇਹਦੇ ਵਿੱਚ ਇਕੱਲੇ ਜੇ ਕਿਸਾਨ ਕਹਿਣ ਅਸੀਂ ਪਾਰਟੀ ਬਣਾ ਕੇ ਅਸੀਂ ਚੀਫ ਮਿਨਿਸਟਰ ਬਣਾ ਲਾਂਗੇ,
ਉਹ ਨੰਬਰਾਂ ਦੇ ਮੁਤਾਬਕ ਤਾਂ ਨਹੀਂ ਲੱਗ ਸਕਦਾ, ਬਣ ਸਕਦਾ, ਕਿਉਂਕਿ ਕੁਝ ਕਿਸਾਨ ਤਾਂ ਹਲੇ ਵੀ ਅਕਾਲੀਆਂ ਨੂੰ ਪਾਉਣਗੇ, ਹਲੇ ਵੀ ਕਾਂਗਰਸ ਨੂੰ ਪਾਉਣਗੇ, ਕੁਝ ਹੋ ਸਕਦਾ ਹੈ ਭਗਵੰਤ ਮਾਨ ਨਾਲ ਜੁੜੇ ਹੋਣ, ਆਪ ਨਾਲ ਜੁੜੇ ਹੋਣ। ਜਿਹੜੇ ਬਚਣਗੇ ਉਹ ਕਿੰਨੇ ਕੁ ਹੋਣਗੇ ਕਿ ਉਹਦੇ ਨਾਲ ਤੁਸੀਂ 70 ਸੀਟਾਂ ਜਿੱਤ ਸਕਦੇ ਆ, 65 ਸੀਟਾਂ, ਇਹ ਤਾਂ ਮੁਸ਼ਕਿਲ ਲੱਗਦਾ। ਤਾਂ ਇਸ ਕਰਕੇ ਇਹਨਾਂ ਨੂੰ ਰਲਣਾ ਪਏਗਾ ਹੋਰਾਂ ਦੇ ਨਾਲ। ਕਿਵੇਂ ਰਲਦੇ ਨੇ, ਕਿਵੇਂ ਇਕੱਠੇ ਕਰਦੇ ਨੇ, ਇਹ ਆਪਣੀ ਪਹੁੰਚ ਕਿਵੇਂ ਵਧਾਉਂਦੇ ਆ, ਜਿਹੜੀ ਸ਼ਹਿਰਾਂ 'ਚ ਆਵੇ, ਜਿਹੜੀ ਹੋਰ ਦੂਜੇ ਤਬਕਿਆਂ ਤਾਈਂ ਵਧੇ, ਉਹਦੇ ਲਈ ਇਹਨਾਂ ਕੋਲ ਟਾਈਮ ਹੈ। ਇਹ ਤਾਂ ਸੋਚਣ ਦੀ ਗੱਲ ਹੈ। ਅੱਛਾ, ਫਿਰ ਕਈ ਵਾਰ ਅੰਦੋਲਨ ਨਾਲ ਬੰਦੇ ਜੁੜੇ ਹੁੰਦੇ, ਜਦ ਵੋਟ ਪਾਉਣ ਦੀ ਗੱਲ ਆਊਗੀ ਉਹ ਕਹਿੰਦੇ ਵੀ ਇਸ ਮੁੱਦੇ 'ਤੇ ਤਾਂ ਮੈਂ ਤੇਰੇ ਨਾਲ ਹੈ, ਪੰਜਾਬ ਚਲਾਉਣ ਦਾ ਮੁੱਦਾ ਆਏਗਾ ਉਹਦੇ 'ਚ ਗੱਲ ਆ ਜਾਏਗਾ, ਦੇਖ ਭਾਈ ਆ ਤੇਰੇ ਨਾਲ ਜਿਹੜਾ ਬੰਦਾ ਖੜਾ ਆ ਤਾਂ ਠੀਕ ਨਹੀਂ ਹੈ। ਕਿਉਂਕਿ ਅਸੀਂ, ਜੇ ਤੁਸੀਂ ਤਬਦੀਲੀ ਲਿਆਉਣੀ ਹੈ, ਇਹੀ ਅਸੀਂ ਆ ਜਿਹੜੇ ਮੁੱਦੇ ਮੰਚ 'ਚ ਚੱਕ ਰਹੇ ਹਾਂ ਕਿ ਮੁੱਦਿਆਂ 'ਤੇ ਆਓ। ਪੰਜਾਬ 'ਚ ਤੁਹਾਨੂੰ ਨਵੀਂ, ਜੇ ਤੁਸੀਂ ਨਵੀਂ ਤਰ੍ਹਾਂ ਦੀ ਪੋਲੀਟਿਕਸ ਲਿਆਉਣੀ ਹੈ, ਨਵੀਂ ਰਾਜਨੀਤੀ ਲਿਆਉਣੀ ਹੈ, ਨਵਾਂ ਤੁਸੀਂ ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ ਨਵੀਂ ਲਿਆਉਣੀ ਹੈ, ਤਾਂ ਫਿਰ ਤੁਹਾਨੂੰ ਨਵੇਂ ਬੰਦਿਆਂ 'ਤੇ ਦੇਖਣਾ ਪਏਗਾ। ਹਾਂ, ਉਹਦੇ 'ਚੋਂ ਕੁਛ ਅੰਦੋਲਨ ਨਾਲ ਆਉਣਗੇ, ਕੁਛ ਤਜਰਬੇ ਵਾਲੇ ਹੋਣ, ਕੁਛ ਬੰਦੇ ਹੋਣ ਜਿਹੜੇ ਸੂਝ-ਬੂਝ ਵਾਲੇ ਹੋਣ, ਉਹ ਇਕੱਠੇ ਹੋ ਕੇ ਜੇ ਇੱਕ ਕੋਈ ਨਵਾਂ ਦਲ ਖੜਾ ਕਰਦੇ ਨੇ, ਫਿਰ ਤਾਂ ਹੋ ਸਕਦਾ ਲੋਕ ਉਹਦੇ ਨਾਲ ਜੁੜਨ ਔਰ ਹੋ ਸਕਦਾ ਉਹ ਤਬਦੀਲੀ ਲਿਆ ਸਕਣ। ਲੇਕਿਨ ਜਿਹੜੇ ਦਲ ਹੋਣਾ ਹੁਣ ਤੱਕ ਕੋਈ ਨਹੀਂ, ਕਿਉਂਕਿ ਦੋ ਤਾਂ ਦਿੱਲੀੋਂ ਕੰਟਰੋਲ ਹੋਣਗੇ। ਜੇ ਆਪ ਆ ਗਈ ਇੱਥੇ, ਕੇਜਰੀਵਾਲ ਇਹਨੂੰ ਇਸਤੇਮਾਲ ਕਰੇਗਾ ਕਿ ਇਹਦੇ ਤੋਂ ਕਿਵੇਂ ਤਾਕਤ ਲੈ ਕੇ, ਪੰਜਾਬ ਦੇ ਰਿਸੋਰਸਿਸ ਲੈ ਕੇ, ਪੰਜਾਬ ਦੀ ਪੁਲਿਸ ਦਾ ਵੀ ਦੁਰਉਪਯੋਗ ਹੋਊਗਾ, ਕਿਉਂਕਿ ਦਿੱਲੀ 'ਚ ਚਾਹਣਗੇ ਅਸੀਂ ਆਪਣੀ ਇੰਟੈਲੀਜੈਂਸ ਦੇ ਸੈੱਲ ਸੈਟਅਪ ਕਰੀਏ। ਦਿੱਲੀ ਦੀ ਪੁਲਿਸ ਤਾਂ ਹੈ ਨਹੀਂ ਇਹਨਾਂ ਕੋਲ, ਇਹ ਵੀ ਧਿਆਨ ਰੱਖਣਗੇ ਦੂਜਿਆਂ 'ਤੇ। ਤਾਂ ਇਸ ਕਰਕੇ ਪੰਜਾਬ ਨੂੰ ਇਸਤੇਮਾਲ ਕਰਨਗੇ, ਹਿੰਦੁਸਤਾਨ 'ਚ ਕਿਵੇਂ ਇਹਨਾਂ ਨੇ ਅੱਗੇ ਫਤਿਹ ਪਾਣੀ ਹੈ। ਅਤੇ ਉਹਦਾ ਫਿਰ ਪੰਜਾਬ ਦਾ ਕੀ ਫਾਇਦਾ ਹੋਇਆ ਇਹਦੇ 'ਚ, ਜੇ ਇਹੋ ਜਿਹੇ ਬੰਦਿਆਂ ਨੇ ਸਰਕਾਰ ਬਣਾਉਣੀ ਹੈ ਜਿਨ੍ਹਾਂ ਦਾ ਦਿਲ ਪੰਜਾਬ 'ਚ ਨਹੀਂ ਹੈ, ਉਹਨਾਂ ਦਾ ਦਿਲ ਹਿੰਦੁਸਤਾਨ ਪ੍ਰਾਈਮ ਮਿਨਿਸਟਰ ਦੀ ਕੁਰਸੀ 'ਚ ਹੈ। ਉਹ ਪਤਾ ਨਹੀਂ ਉਹਨੂੰ ਮਿਲਣੀ ਕਿ ਨਹੀਂ। ਜਾਂ ਤਾਂ ਹੋਵੇ ਨਾ ਕਿ ਪੱਕਾ ਹੈ ਕਿ ਕੇਜਰੀਵਾਲ ਸਾਹਿਬ ਪੰਜਾਬ ਜਿੱਤ ਲੈਣਗੇ, ਫਿਰ ਪੰਜਾਬ ਤੋਂ ਆਪਾਂ ਫੌਜੀਆਂ ਇਕੱਠੇ ਕਰਕੇ ਆਪਾਂ ਦਿੱਲੀ ਰੋਕ ਲੈਣਾ ਜਾ ਕੇ। ਅੱਛਾ, ਹੁਣ ਇਹ ਪੁਰਾਣੀ ਉਹ ਮੁਗਲ ਟਾਈਮ ਤਾਂ ਹੈ ਨਹੀਂ ਕਿ ਫੌਜਾਂ ਅਫਗਾਨਿਸਤਾਨ ਤੋਂ ਆਉਣਗੀਆਂ, ਉਹਨਾਂ ਦੇ ਨਾਲ ਰਲ ਜਾਓ, ਕੇਰਾਂ ਆਪਾਂ ਲਾਲ ਕਿਲ੍ਹਾ ਜਿੱਤ ਲਿਆ ਤਾਂ ਫਿਰ ਦਿੱਲੀ ਆਪਣਾ। ਅਤੇ ਇਹ ਤਾਂ ਪੂਰਾ ਹਿੰਦੁਸਤਾਨ ਜਿੱਤਣਾ ਪੈਣਾ ਤਾਂ ਜਾ ਕੇ ਤੁਹਾਡੇ ਕੋਲ ਬਣਨਾ। ਲੜਾਈ ਤੁਸੀਂ ਅਲੱਗ ਮੁੱਲ ਲੈ ਲਓ। ਪੰਜਾਬ ਕਿਉਂ ਲੜਾਈ ਮੁੱਲ ਲਵੇ ਜਿਹੜੀ ਕੇਜਰੀਵਾਲ ਦੀਆਂ ਲੜਾਈਆਂ ਹੋਣੀਆਂ। ਅਸੀਂ ਇੰਨਾ ਨੁਕਸਾਨ ਪੰਜਾਬ ਦਾ ਕਰਾ ਲਿਆ ਆਤੰਕਵਾਦ ਦੇ ਟਾਈਮ, ਸੈਂਟਰ ਨਾਲ ਲੜ ਕੇ, ਅਸੀਂ ਉਸ ਰਸਤੇ 'ਤੇ ਕਿਉਂ ਜਾਈਏ ਦੁਬਾਰਾ। ਤਾਂ ਹੀ ਮੈਂ ਕਹਿੰਦਾ ਖੇਤਰੀ ਪਾਰਟੀ ਹੋਵੇ, ਖੇਤਰੀ ਮੁੱਦਿਆਂ 'ਤੇ ਗੱਲ ਕਰੇ ਔਰ ਖੇਤਰੀ ਹੋਈ ਕੰਟਰੋਲ ਹੋਵੇ, ਪੰਜਾਬ 'ਚ ਹੀ ਹੋਵੇ, ਇੱਕ ਫੈਮਿਲੀ ਕੋਲ ਨਾ ਹੋਵੇ, ਚੰਗੇ ਬੰਦੇ ਹੋਣ, ਉਹਦੇ 'ਚ ਕਿਸਾਨ ਵੀ ਹੋਣ, ਸੂਝ-ਬੂਝ ਹੋਣ, ਸ਼ਹਿਰ ਵਾਲੇ ਹੋਣ, ਹਿੰਦੂ ਹੋਣ, ਸਾਂਝਾ ਹੋਵੇ, ਇੱਕ ਸਾਂਝੀ ਸਰਕਾਰ ਹੋਵੇ ਕਿ ਅਸੀਂ ਸਾਂਝਾ ਪੰਜਾਬ ਬਣਾ ਸਕਦੇ ਹਾਂ। ਸੁਨਹਿਰਾ ਪੰਜਾਬ ਤਾਂ ਹੀ ਬਣੂਗਾ ਜੇ ਸਾਂਝਾ ਹੋਵੇ। ਖੇਤਰੀ ਪਾਰਟੀ ਤਾਂ ਘੁੰਮ ਫਿਰ ਕੇ ਜੋ ਸੁਖਬੀਰ ਬਾਦਲ ਕਹਿੰਦੇ ਆ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਲੋਕ ਪੰਜਾਬ 'ਚ ਦੇਖਦੇ ਆ, ਅਤੇ ਫਿਰ ਉਹਦੇ ਵੱਲ ਵੀ ਲੋਕਾਂ ਦਾ ਝੁਕਾਅ ਨਹੀਂ ਹੈਗਾ। ਤਾਂ ਫਿਰ ਇੱਕ ਪੋਲੀਟੀਕਲ ਵੈਕਿਊਮ ਲੀਡਰਸ਼ਿਪ ਦਾ ਤਾਂ ਪੰਜਾਬ 'ਚ ਰਹਿ ਗਿਆ। ਤਾਂ ਪੰਜਾਬ ਦੇ ਲੋਕਾਂ ਨੂੰ ਇਸ ਸਥਿਤੀ 'ਚ ਕੀ ਕਰਨਾ ਚਾਹੀਦਾ? ਉਹਨਾਂ ਨੂੰ ਇੱਕ ਪੈਮਾਨਾ ਰੱਖਣਾ ਚਾਹੀਦਾ, ਆਪਣੇ ਸਾਹਮਣੇ ਰੱਖਣ। ਇੱਕ ਤਾਂ ਮੈਂ ਮੋਟੀ ਗੱਲ ਕਹਿਣਾ, ਜਿਹੜਾ ਨੇਤਾ ਬਿਜ਼ਨਸਾਂ ਚਲਾਉਂਦਾ ਹੈ, ਬੱਸਾਂ ਚਲਾਉਂਦਾ ਹੈ, ਹੋਟਲ ਚਲਾਉਂਦਾ ਹੈ, ਇਹੋ ਜਿਹੀਆਂ ਚੀਜ਼ਾਂ ਚਲਾਉਂਦਾ ਹੈ ਜਿਹਦੇ ਵਿੱਚ ਰਾਜ ਸਰਕਾਰ ਦੀ ਤੁਹਾਨੂੰ ਲੋੜ ਹੈ, ਜ਼ਮੀਨ ਅਕਵਾਇਰ ਕਰਨੀ ਹੈ ਤਾਂ ਹੈ, ਸੜਕਾਂ ਬਣਾਉਣੀਆਂ ਤਾਂ ਹੈ, ਉਸ ਬੰਦੇ ਨੂੰ ਨਾ ਮੰਤਰੀ ਬਣਨਾ ਚਾਹੀਦਾ, ਨਾ ਚੀਫ ਮਿਨਿਸਟਰ, ਨਾ ਡਿਪਟੀ ਚੀਫ ਮਿਨਿਸਟਰ। ਉਹਨੂੰ ਕਹਿੰਦਾ ਜਾਂ ਤਾਂ ਤੂੰ MLA ਬਣ ਜਾ। ਅੱਬਲ MLA ਵੀ ਨਹੀਂ ਚੁਣਨਾ ਚਾਹੀਦਾ। ਹਾਂ, ਡਾਕਟਰ ਹੈ, ਲਾਇਰ ਹੈ, ਕੋਈ ਇਹੋ ਜਿਹੀ ਆਪਣੀ ਕੁਆਲੀਫਿਕੇਸ਼ਨ ਹੈ ਜਿਹਦੇ ਕਰਕੇ ਉਹਦੀ ਕੋਈ ਬਿਜ਼ਨਸ ਹੈ, ਵੱਡਾ ਹਸਪੀਟਲ ਚਲਾਉਂਦਾ, ਉਹ ਮੈਂ ਸਮਝ ਸਕਦਾ। ਦੂਜੀ ਗੱਲ ਹੈਗੀ ਹੈ ਕਿ ਜਿਹੜੇ ਬੰਦੇ ਇਸ ਵੇਲੇ ਉਹੋ ਜਿਹੇ ਬਿਜ਼ਨਸਿਸ 'ਚ ਲੱਗੇ ਹੋਏ, ਰੇਤੇ ਦੇ ਠੇਕੇ ਆ ਉਹਨਾਂ ਕੋਲ, ਸ਼ਰਾਬ ਦੇ ਠੇਕੇ ਆ, ਜਿਹੜੇ ਇਸ ਵੇਲੇ ਹੋ ਸਕਦਾ ਕਈ MLA ਵੀ ਨੇ, ਕਈ ਮੈਨੂੰ ਸੁਣ ਚਾਹੁੰਦਾ ਆਪ ਦੇ MLA ਵੀ ਹੈ ਜਿਨ੍ਹਾਂ ਨੂੰ ਉਹਨਾਂ ਦਾ ਹਿੱਸਾ ਮਿਲ ਜਾਂਦਾ ਹੈ। ਜਿੱਥੇ ਰੇਤਾ ਚੋਰੀ ਹੋ ਰਹੀ ਹੈ ਉੱਥੇ ਸਭ ਦਾ ਹਿੱਸਾ ਵੰਡਿਆ ਹੋਇਆ। ਜਿਹੜੇ ਪਾਵਰ 'ਚ ਹੈ ਉਹਨਾਂ ਦਾ ਹਿੱਸਾ ਜ਼ਿਆਦਾ ਹੈ, ਕੁਛ ਜਿਹੜੇ ਸਰਵਿਸ ਵਾਲੇ ਆ ਉਹਨਾਂ ਦਾ ਵੀ ਹਿੱਸਾ ਹੈ ਜਿਹੜੇ ਨਾਲ ਮਿਲੇ ਹੈ, ਔਰ ਜਿੱਥੇ ਆਪ ਦਾ MLA ਉਹਦਾ ਵੀ ਹੋ ਸਕਦਾ ਹਿੱਸਾ ਹੋਵੇ। ਇਹ ਵੀ ਤੈਅ ਕਰਨਾ ਪੈਣਾ। ਲੋਕਾਂ ਨੂੰ ਪਤਾ, ਉਹਨਾਂ ਨੂੰ ਪਤਾ ਕੌਣ ਹਿੱਸਾ ਲੈ ਰਿਹਾ। ਜਿਹੜੇ ਹਿੱਸੇ ਲੈ ਰਹੇ ਆ ਉਹਨਾਂ ਦਾ ਨਾਂ 'ਤੇ ਲਕੀਰ ਮਾਰੋ ਕਿ ਇਹ ਬੰਦੇ ਦੇਖੋ, ਇਹਨਾਂ ਕੋਲ ਜਦ ਤਾਕਤ ਆਈ ਸੀ, ਨਹੀਂ ਵੀ ਆਈ ਜਦ ਇਹਨਾਂ ਨੂੰ ਇਲੈਕਟ ਕੀਤਾ ਸੀ, ਇਹ ਬਿਜ਼ਨਸ ਨਾਲ ਜੁੜੇ ਹੈ, ਜਿਹੜੇ ਕਿ ਪੈਸੇ ਸਰਕਾਰ ਕੋਲ ਆਉਣੇ ਚਾਹੀਦੇ ਹੈ ਉਹ ਲੋਕਾਂ ਦੀ ਜੇਬ 'ਚ ਜਾ ਰਹੇ ਹੈ। ਕਈ ਨਸ਼ਿਆਂ ਨਾਲ ਜੁੜੇ ਹੋਏ ਹੈ, ਕਈ ਬੰਦੇ ਤੁਹਾਨੂੰ ਪਤਾ ਹੈ ਜਿਹੜੇ ਕਦੇ ਇਸ ਦਲ 'ਚ, ਕਦੇ ਉਸ ਦਲ 'ਚ, ਕਦੇ ਤੀਜੇ ਦਲ 'ਚ, ਉਹ ਇੰਤਜ਼ਾਰ ਕਰਦੇ ਰਹਿੰਦੇ ਆ ਦਰਵਾਜ਼ਾ ਖੁੱਲ੍ਹੇ ਭੱਜ ਕੇ ਅੰਦਰ ਵੜ ਜੇ। ਇਹੋ ਜਿਹੇ ਬੰਦਿਆਂ ਨੂੰ ਕਿਵੇਂ ਕੱਢਣਾ? ਇਹ ਤਾਂ ਹੁਣ ਲੋਕਾਂ ਨੂੰ ਆਪਣਾ ਪੈਮਾਨਾ ਬਣਾਉਣਾ ਪਏਗਾ ਕਿ ਭਾਈ ਜਿਹੜੇ ਪਾਰਟੀ 'ਚ ਇਹੋ ਜਿਹੇ ਬੰਦੇ ਹੋਣਗੇ ਉਹਨੂੰ ਅਸੀਂ ਨਹੀਂ ਪਾਣੀ ਵੋਟ। ਜਿਹੜੀ ਪਾਰਟੀ ਕੋਈ ਇਹੋ ਜਿਹੇ ਬੰਦੇ ਲਿਆ ਸਕੇਗੀ ਜਿਨ੍ਹਾਂ 'ਚ ਖਾਮੀਆਂ ਨਾ ਹੋਣ, ਜਾਂ ਇਹੋ ਜਿਹੇ MLA ਅਸੀਂ ਇਲੈਕਟ ਕਰਾਂਗੇ ਜਿਨ੍ਹਾਂ 'ਚ ਖਾਮੀਆਂ ਨਾ ਹੋਣ,
ਜਿਹੜਾ ਲੱਗੇ ਵੀ ਇਹ ਬੰਦਾ ਰੱਜਿਆ ਪੁੱਜਿਆ ਲੱਗਦਾ ਹੈ, ਇਹ ਬੰਦਾ ਇਹਦੇ 'ਚ ਤਜਰਬਾ ਹੈ, ਕੁਛ ਇਹ ਕਮਾਈ ਕਰ ਚੁੱਕਿਆ ਲਾਈਫ ਦੇ ਅੰਦਰ, ਹੁਣ ਇਹ ਚਾਹੁੰਦਾ ਮੈਂ ਸਮਾਜ ਸੇਵਾ ਕਰਾਂ। ਇਹ ਨਹੀਂ ਕਿ ਇਹ ਵੀ ਬਿਜ਼ਨਸ ਬਣ ਗਈ ਹੈ ਪੋਲੀਟਿਕਸ। ਇੱਕ ਵਾਰ ਖਰਚਾ ਕਰ ਲਓ, ਲੋਕਾਂ ਨੂੰ ਵਾਅਦੇ ਕਰ ਦਿਓ। ਵਾਅਦੇ ਜਿਹੜੇ ਕਰਦੇ ਆਪਣੀ ਜੇਬ 'ਚੋਂ ਨਹੀਂ ਕਰਦੇ, ਬਿਜਲੀ ਦੇ ਦਾਂਗੇ ਜੀ, ਆਟਾ ਦੇ ਦਾਂਗੇ ਜੀ, ਦਾਲ ਦੇ ਦਾਂਗੇ ਜੀ। ਹੁਣ ਇਹ ਦੇਖੋ ਕਿ ਇਹ ਨਹੀਂ ਕਹਿੰਦੇ ਕੇਰਾਂ ਮਦਰ ਟਰੀਸਾ ਆਈ, ਮੈਂ ਨਿਊਯਾਰਕ 'ਚ ਪੋਸਟਡ ਸੀ, 81-82 ਦੀ ਗੱਲ ਹੋਣੀ ਹੈ, ਕੌਂਸੂਲੇਟ ਦੇ ਵਿੱਚ ਮਦਰ ਟਰੀਸਾ ਆਈ। ਉਹਨੇ ਇੱਕ ਬੜੀ ਸਿਆਣੀ ਗੱਲ ਕਹੀ ਜਿਹਦਾ ਕਿ ਇੱਥੇ ਮਹੱਤਵ ਹੈ ਸਾਡੇ ਲਈ। ਉਹ ਕਹਿੰਦੀ ਮੈਂ ਲੋਕਾਂ ਨੂੰ ਮੱਛੀਆਂ ਨਹੀਂ ਦਿੰਦੀ, ਮੈਂ ਮੱਛੀ ਫੜਨ ਦਾ ਹੀ ਰੋਡ ਦਿੰਨੀ ਹੈ ਜਿਹਦੇ ਨਾਲ ਉਹ ਖੁਦ ਮੱਛੀ ਫੜ ਸਕਣ। ਸੋ ਇੱਥੇ ਇਹ ਨਹੀਂ ਕਹਿ ਰਹੇ ਕਿ ਦਾਲ ਆਟਾ ਤੁਹਾਡੀ ਆਮਦਨ ਵਧਾਈਏ ਜਿਹਦੇ ਨਾਲ ਤੁਸੀਂ ਆਪਣਾ ਦਾਲ ਆਟਾ ਖਰੀਦ ਸਕੋ। ਨਹੀਂ, ਤੁਹਾਨੂੰ ਦਾਲ ਆਟਾ ਦੇ ਦਾਂਗੇ, ਉਹਨੂੰ ਉੱਥੇ ਹੀ ਰੱਖਣਾ ਹੈ, ਉਹਨੂੰ ਉਸੇ ਸਤਰ 'ਤੇ ਰੱਖਣਾ ਹੈ ਕਿ ਇਹ ਮੰਗਦਾ ਹੀ ਰਹੇ ਔਰ ਇਹਨੂੰ ਅਸੀਂ ਇਹ ਚੀਜ਼ ਦੇ ਦਈਏ, ਹਰੇਕ ਸਾਲ ਸਾਨੂੰ ਵੋਟ ਪਾ ਦੇ। ਕੋਈ ਇਹਨਾਂ 'ਚੋਂ ਇੱਕ ਪਾਰਟੀ ਕਹਿੰਦੀ ਹੈ ਕਿ ਨਹੀਂ ਜੀ ਮੈਂ ਤੁਹਾਨੂੰ ਚੀਜ਼ਾਂ ਨਹੀਂ ਦੇਵਾਂਗੀ, ਲੇਕਿਨ ਮੈਂ ਵਾਅਦਾ ਕਰਦਾ ਕਿ ਤੁਹਾਡੀ ਆਮਦਨ ਵਧੇਗੀ ਔਰ ਤੁਸੀਂ ਇਹ ਸਭ ਕੁਝ ਆਪੇ ਖਰੀਦ ਸਕੋਗੇ। ਤੁਸੀਂ ਮੇਰੇ ਤੋਂ ਨਹੀਂ ਉਮੀਦ ਕਰੋਗੇ ਕਿ ਮੈਂ ਤੁਹਾਨੂੰ ਦੇਵਾਂਗਾ ਤਾਂ ਮੈਨੂੰ ਵੋਟ ਪਾਓਗੇ। ਇਹਦੀ ਗੱਲ ਹੀ ਨਹੀਂ, ਇਹ ਮੁੱਦਿਆਂ ਦੀ ਕੋਈ ਗੱਲ ਨਹੀਂ। ਕਿਵੇਂ ਆਮਦਨ ਵਧਾਉਣੀ ਹੈ, ਕਿਸਾਨ ਦੀ ਕਿਵੇਂ ਵਧਾਉਣੀ ਹੈ, ਜਿਹੜੇ ਸ਼ਹਿਰਾਂ 'ਚ ਉਹ ਕਿਵੇਂ ਆਉਣੀ ਹੈ, ਇਨਵੈਸਟਮੈਂਟ ਕਿਵੇਂ ਆਊਗੀ, ਇੰਡਸਟਰੀ ਕਿਉਂ ਨਹੀਂ ਪੰਜਾਬ 'ਚ ਆਉਂਦੀ, ਸਾਡੀ ਜਿਹੜੀ ਸਿੱਖਿਆ ਹੈ ਉਹ ਨੌਕਰੀਆਂ ਨਾਲ ਕਿਉਂ ਨਹੀਂ ਜੁੜੀ। ਮੈਂ ਅੱਜ ਹੀ ਅਖਬਾਰ 'ਚ ਪੜ੍ਹਿਆ ਸਬ ਇੰਸਪੈਕਟਰਾਂ ਦੀਆਂ ਨੌਕਰੀਆਂ ਨਿਕਲੀਆਂ, ਉਹ 10 ਕੇ 15 ਹਜ਼ਾਰ ਕੇ ਮੁੰਡੇ ਜਿਹੜੇ ਪੋਸਟ ਇਹਦੇ 'ਚ ਇਨਫੋਰਮੇਸ਼ਨ ਟੈਕਨੋਲੋਜੀ, ਸੌਫਟਵੇਅਰ, IT 'ਚ ਟ੍ਰੇਨਡ ਨੇ, ਉਹ ਸਬ ਇੰਸਪੈਕਟਰ ਕਿਉਂ ਬਣਨਾ ਚਾਹੁੰਦੇ ਆ? ਉਹਨਾਂ ਨੂੰ ਦਿਖਦਾ ਕਿ ਇਹਦੇ 'ਚ ਆਮਦਨ ਹੋਊਗੀ। ਇਨਫੋਰਮੇਸ਼ਨ ਟੈਕਨੋਲੋਜੀ ਦੀ ਤੁਹਾਡੇ ਕੋਲ ਸਿੱਖਿਆ ਹੋਵੇ, ਕਿਉਂ ਤੁਸੀਂ ਉਹਦੇ 'ਚੋਂ ਬਿਲੀਅਨਰ ਬਣ ਗਏ ਨੇ ਕੰਪਨੀਆਂ ਖੁੱਲ੍ਹ ਕੇ, ਤੁਸੀਂ ਉਸ ਕੰਪਨੀ 'ਚ ਕਿਉਂ ਨਹੀਂ ਜਾਓਗੇ? ਕਿਹੜਾ ਬੰਦਾ ਹੈ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਮਾਹਰ ਹੋਵੇ ਅੱਜ ਦੇ ਦਿਨ 'ਚ? ਔਰ ਕਿੰਨੀ ਆਮਦਨੀ ਹੋਣੀ ਹੈ ਇੱਕ ਸਬ ਇੰਸਪੈਕਟਰ ਦੀ? ਜੇ ਉਹ ਕੂਸ ਨਾ ਉਹਦੀ ਆਪਾਂ ਗਿਣੀਏ, ਜਿਹੜੇ ਬਾਹਰੋਂ ਕਮਾਉਣੀਆਂ ਉਹਨੇ, ਕਿੰਨੀ ਮਿਲੇਗਾ? 50-60 ਹਜ਼ਾਰ ਰੁਪਇਆ ਸਟਾਰਟ ਹੋਣਾ ਉਹਦਾ। 50-60 ਹਜ਼ਾਰ ਨਹੀਂ ਤੂੰ ਬਣਾ ਸਕਦਾ ਵੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਤੇ, ਜਾਂ ਤਾਂ ਤੇਰੀ ਡਿਗਰੀ ਬੋਗਸ ਹੈ, ਤੈਨੂੰ ਪੜ੍ਹਾਈ ਕੁਛ ਨਹੀਂ ਹੋਈ, ਡਿਗਰੀਆਂ ਵੰਡੀਆਂ ਜਾਂਦੇ ਆ। ਜੇ ਡਿਗਰੀਆਂ ਹੈਗੀਆਂ ਤਾਂ ਇਹੀਆਂ ਜਿਹੀਆਂ ਕੰਪਨੀਆਂ ਬੈਂਗਲੌਰ ਵਗੈਰਾ 'ਚ, ਔਰ ਇੱਥੇ ਇਹੋ ਜਿਹੀਆਂ ਕੰਪਨੀਆਂ ਕਿਉਂ ਨਹੀਂ ਆਈਆਂ ਸਾਡੇ ਕੋਲ, ਜਿਹੜੇ ਐਸੇ ਬੱਚਿਆਂ ਨੂੰ ਜਿਹਨਾਂ ਕੋਲ ਡਿਗਰੀਆਂ ਉਹ ਵਿਚਾਰੇ ਫੇਰ ਵੀ ਸਬ ਇੰਸਪੈਕਟਰ ਦੀ ਨੌਕਰੀ ਲੱਭ ਰਹੇ ਆ। ਇਹਦਾ ਮਤਲਬ ਮਾਡਲ ਫੇਲ ਹੈ ਤੁਹਾਡਾ ਸਾਰਾ। ਇੱਕ ਆਖਰੀ ਸਵਾਲ ਕੇਸੀ ਸਿੰਘ ਜੀ, ਹੁਣ ਮੰਚ ਦਾ ਕੀ ਪ੍ਰੋਗਰਾਮ ਰਹੂਗਾ ਆਉਣ ਵਾਲੇ ਦਿਨਾਂ 'ਚ? ਕਿੱਥੇ ਕਿੱਥੇ ਤੁਸੀਂ ਜਾ ਰਹੇ ਹੋ, ਕੀ ਲੋਕਾਂ 'ਚ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ, ਸ਼ਨੀਵਾਰ ਨੂੰ ਜਾ ਰਹੇ ਹਾਂ ਬਠਿੰਡੇ। ਬਠਿੰਡੇ ਮੇਰਾ ਜਨਮ ਸਥਾਨ ਹੈ। ਮੈਂ ਪੈਦਾ ਹੋਇਆ ਸੀ ਉੱਥੇ, ਫਾਦਰ ਮੇਰੇ ਇਨਕਮ ਟੈਕਸ ਅਫਸਰ ਹੁੰਦੇ ਸੀ 1948 'ਚ। ਉਦੋਂ ਪਟਿਆਲਾ ਸਟੇਟ ਦਾ ਹਿੱਸਾ ਹੁੰਦਾ ਸੀ। ਉਹਦੇ ਨਾਲ ਹੀ ਫਿਰ ਦਮਦਮਾ ਸਾਹਿਬ, ਅਨੰਦਪੁਰ ਸਾਹਿਬ ਮੱਥਾ ਟੇਕ ਲਿਆ, ਜਾਵਾਂਗੇ, ਮੌਕਾ ਮਿਲਿਆ ਕਿ ਦਮਦਮਾ ਸਾਹਿਬ ਮੱਥਾ ਟੇਕਾਂਗੇ। ਗੁਰੂ ਸਾਹਿਬ 10ਵੇਂ ਪਾਤਸ਼ਾਹ ਅਖੀਰੀ ਉੱਥੋਂ ਚੱਲੇ ਨੇ, ਦੱਖਣ ਨੂੰ ਜਦ ਗਏ ਹੈ। ਰਸਤੇ 'ਚ ਔਰੰਗਜ਼ੇਬ ਨੂੰ ਮਿਲਣਾ ਸੀ, ਉਹ ਨਹੀਂ ਹੋ ਸਕਿਆ, ਔਰੰਗਜ਼ੇਬ ਮਰ ਗਿਆ। ਉਹ ਕਰਦੇ ਕਰਦੇ ਦੱਖਣ ਗਏ, ਫਿਰ ਉਹ ਵਾਪਸ ਨਹੀਂ ਆਏ ਉੱਥੋਂ। ਸੋ ਦਮਦਮਾ ਸਾਹਿਬ ਦਾ ਔਰ ਅਖੀਰਲਾ ਗ੍ਰੰਥ ਸਾਹਿਬ ਜਦ ਫਾਈਨਲਾਈਜ਼ ਕੀਤਾ, ਉੱਥੇ ਕਰਕੇ ਗਏ ਨੇ ਉਹ ਜਾਣ ਤੋਂ ਪਹਿਲਾਂ। ਸੋ ਉਹਦਾ ਆਪਣਾ ਮਹੱਤਵ ਹੈ। ਉਹਦੇ ਬਾਅਦ ਨਾਲ ਹੀ ਅਸੀਂ ਇੱਕ ਮੀਟਿੰਗ ਹੋਰ ਕਰਾਂਗੇ ਰਸਤੇ ਦੇ ਵਿੱਚ ਰੁਕ ਕੇ। ਕਿੱਥੇ? ਮਾਨਸਾ ਰੁਕ ਰਹੇ ਹਾਂ ਅਸੀਂ। ਸੋ ਮਾਨਸਾ ਕਾਫੀ ਵੱਡੇ, ਉਹੀ ਜਿੰਨਾ ਸਰਕਾਰ ਅਲਾਓ ਕਰ ਰਹੀ ਹੈ, 300 ਬੰਦੇ, 200-300 ਬੰਦੇ, ਉਹਨਾਂ ਨਾਲ ਗੱਲਬਾਤ ਕਰਨੀ। ਅਸੀਂ ਆਪਣੀ ਗੱਲ ਘੱਟ ਕਰਨੀ ਹੈ, ਉਹਨਾਂ ਕਹਿਣਾ ਜੀ ਆਹ ਮੁੱਦੇ ਚੱਕ ਰਹੇ ਹਾਂ ਅਸੀਂ, ਤੁਸੀਂ ਦੱਸੋ ਕੋਈ ਮੁੱਦਾ ਇਹਦੇ 'ਚ ਜੋੜਨਾ ਹੈ ਜਾਂ ਤੁਹਾਡਾ ਕੋਈ ਸੁਝਾਅ ਹੈ, ਮੁੱਦਿਆਂ ਦਾ ਕੀ ਹੋ ਸਕਦਾ ਸੁਝਾਅ। ਸੋ ਲੋਕਾਂ ਨਾਲ ਗੱਲਬਾਤ ਚਲਾ ਕੇ ਫਿਰ ਉਹਨਾਂ ਨੂੰ ਨੰਬਰ ਦੇਣੇ ਆ, ਜਿਹੜਾ ਸਾਡਾ ਹੈਗਾ 7406455555 ਕਿ ਉਹਦੇ 'ਤੇ ਭਾਈ ਤੁਸੀਂ ਇਹਨੂੰ ਮਿਸ ਕਾਲ ਦੇ ਦਿਓ। ਉਹਦੇ WhatsApp ਗਰੁੱਪ ਬਣਾਏ ਜਾਣੇ। ਸਾਨੂੰ ਕੋਈ 1500-1600 ਕਾਲ ਆਲਰੇਡੀ ਸਾਨੂੰ ਆ ਚੁੱਕੀ ਹੈ, ਉਹਦੇ WhatsApp ਗਰੁੱਪ ਬਣਾ ਰਹੇ। ਸੋ ਇੰਝ ਕਰਕੇ ਬੰਦਿਆਂ ਨੂੰ ਜੋੜ ਕੇ, ਬੰਦਿਆਂ ਨੂੰ ਮੁੱਦਿਆਂ ਨਾਲ ਜੋੜ ਰਹੇ ਹਾਂ ਔਰ ਮੁੱਦਿਆਂ ਦੇ ਰਸਤੇ 'ਤੇ ਉਹਨਾਂ ਦੀ ਆਵਾਜ਼ ਕਨੈਕਟ ਕਰਕੇ ਦੇਖ ਰਹੇ ਹਾਂ ਕਿ ਇਹ ਕੀ ਕਹਿੰਦੇ ਨੇ, ਇਹਨੂੰ ਕਿਵੇਂ ਅੱਗੇ ਫੈਲਾ ਸਕਦੇ ਹਾਂ, ਤਾਂ ਕਿ ਇਹਨਾਂ ਕੋਲ ਜਦ ਵੋਟਾਂ ਮੰਗਣ ਜਾਣ ਉਹ ਪੁੱਛਣ ਭਾਈ ਆਹ ਛੱਡ ਦਿਓ, CM ਕੌਣ ਹੋਊਗਾ, ਨਹੀਂ ਹੋਊਗਾ, ਨਾ ਜੀ ਮੈਂ ਆਹ ਕੀਤਾ। ਉਹਨੂੰ ਕਹੋ ਜੀ ਆਹ ਦੱਸੋ ਇਹਦੇ 'ਤੇ ਕੀ ਕਰੋਗੇ। ਹੁਣ ਇਹਨਾਂ ਕੋਲ ਬਿਜਲੀ, ਅੱਜ ਆਪ ਕਿਤੇ ਹੋਰ ਵੀ ਕੈਂਪੇਨ ਕਰੀ, ਇੰਨੀ ਬਿਜਲੀ ਦੇ ਦਾਂਗੇ। ਮੇਰੇ ਖਿਆਲ ਕੇਜਰੀਵਾਲ ਜੀ ਤਾਂ ਬਿਜਲੀ ਦੇ ਸੁਦਾਗਰ ਨੇ, ਜਿੱਥੇ ਜਾਂਦੇ ਵੇ ਬਿਜਲੀ ਵੰਡੀ ਜਾਂਦੇ ਹੈ, ਜਿਵੇਂ ਬਿਜਲੀ ਕੋਈ ਦਿੱਲੀ ਦੇ ਭੰਡਾਰ 'ਚੋਂ ਆਉਣੀ ਹੈ ਉਹ ਵੰਡੀ ਜਾਣੀ ਹੈ। ਸੋ ਇਹ ਕੋਈ ਪੋਲੀਟਿਕਸ ਨਹੀਂ ਹੈ, ਇਹ ਜਿਹੜੀ ਮੁਫਤਖੋਰੀ ਦੀ ਪੋਲੀਟਿਕਸ ਹੈ, ਇਹਦੇ ਨਾਲ ਪੰਜਾਬ ਦਾ ਸੁਧਾਰ ਨਹੀਂ ਹੋ ਸਕਦਾ, ਪੰਜਾਬ ਸੁਨਹਿਰਾ ਨਹੀਂ ਬਣ ਸਕਦਾ, ਉੱਪਰ ਨਹੀਂ ਉੱਠ ਸਕਦਾ। ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਕੇਸੀ ਸਿੰਘ ਜੀ। ਤਾਂ ਇਹ ਸੀਗੇ ਸਰਦਾਰ ਕੇਸੀ ਸਿੰਘ, ਜਿਨ੍ਹਾਂ ਨੇ ਬੜੇ ਕਲੀਅਰ ਸ਼ਬਦਾਂ 'ਚ ਕਹਿ ਦਿੱਤਾ ਵੀ ਆਮ ਆਦਮੀ ਪਾਰਟੀ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ। ਆਮ ਆਦਮੀ ਪਾਰਟੀ ਵੱਲੋਂ ਨਾਮ ਆਪਣੇ ਕੋਲੋਂ ਹੀ ਦਿੱਤੇ ਜਾ ਰਹੇ ਨੇ ਜਾਂ ਉਡਾਏ ਜਾ ਰਹੇ ਨੇ, ਤਾਂ ਕਿ ਉਹ ਆਪਣੇ ਕੇਡਰ ਨੂੰ ਦੱਸ ਸਕਣ ਕਿ ਉਹ ਸਿੱਖ ਚਿਹਰਾ
ਲੱਭ ਰਹੇ ਨੇ। ਨਾਲ ਹੀ ਨਾਲ ਉਹਨਾਂ ਨੇ ਜੋ ਵੀ ਪ੍ਰੋਗਰਾਮ, ਨਵੇਂ ਪ੍ਰੋਗਰਾਮ ਸੁਨਹਿਰੇ ਮੰਚ ਦੇ ਉਲੀਕੇ ਹੋਏ ਨੇ, ਉਹਨਾਂ ਉੱਤੇ ਵੀ ਚਾਨਣ ਪਾਇਆ। ਕੈਮਰਾਮੈਨ ਮਨਪ੍ਰੀਤ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।